ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌਪਈ ਸਾਹਿਬ ਦੀ ਕਥਾ ਵਾਰਤਾ ਚੱਲ ਰਹੀ ਹੈ। ਇਹ ਚੌਪਈ ਸਾਹਿਬ ਦਾ ਪਾਠ ਸਵੇਰ ਦੀਆਂ 5 ਬਾਣੀਆਂ 'ਚ ਵੀ ਸ਼ਾਮਿਲ ਹੈ ਅਤੇ ਸ਼ਾਮ ਨੂੰ ਜਿਹੜੀ ਰਹਿ ਰਸ ਹੁੰਦੀ ਹੈ ਉਸ ਦੇ ਵਿੱਚ ਚੌਪਈ ਸਾਹਿਬ ਦਾ ਪਾਠ ਹੈ। ਇਸ ਪਾਠ ਨੂੰ ਮਹਾਨਤਾ ਦਿੱਤੀ ਗਈ ਹੈ, ਸੋ ਤਾਂ ਕਰਕੇ ਸਵੇਰੇ ਵੀ ਪੜ੍ਹਨੇ, ਸ਼ਾਮ ਨੂੰ ਵੀ ਕਰਨੇ। ਕੱਲ੍ਹ 17 ਪੌੜੀਆਂ ਤੱਕ ਕਥਾ ਹੋ ਗਈ ਸੀ, ਅੱਜ 18ਵੀਂ ਪੌੜੀ ਸ਼ੁਰੂ ਹੋਣੀ ਹੈ। ਏਕੈ ਰੂਪ ਅਨੂਪ ਸਰੂਪਾ, ਰੰਕ ਭਇਓ ਰਾਵ ਕਹੀਂ ਭੂਪਾ, ਅੰਡਜ ਜੇਰਜ ਸੇਤਜ ਕੀਨੀ, ਉਤਪੁਜ ਖਾਨ ਬਹੁਰ ਰਚ ਦੀਨੀ। ਏਕੈ ਰੂਪ, ਸਾਡੇ ਰੂਪ ਤਾਂ ਬਦਲਦੇ ਰਹਿੰਦੇ ਨੇ, ਬਚਪਨ 'ਚ ਹੋਰ, ਜਵਾਨੀ 'ਚ ਹੋਰ, ਬੁਢਾਪੇ 'ਚ ਹੋਰ। ਪਰਮਾਤਮਾ ਦਾ ਇੱਕੋ ਹੀ ਰੂਪ ਰਹਿੰਦਾ ਹੈ। ਜਦੋਂ ਦਾ ਪਰਮਾਤਮਾ ਨੇ ਆਪਣੇ ਆਪ ਨੂੰ ਬਣਾਇਆ ਹੈ ਉਹ ਉਹੋ ਜਿਹਾ ਹੀ ਹੈ ਜਿਹੋ ਜਿਹਾ ਸ਼ੁਰੂ 'ਚ ਸੀ। ਏਕ ਹੈ ਰੂਪ, ਉਹ ਤਾਂ ਇੱਕੋ ਹੀ ਰੂਪ ਹੈ। ਅਨੂਪ ਸਰੂਪਾ, ਸਰੂਪਾ ਉਹ ਜਿਹੜਾ ਸਰੂਪ ਹੈ ਉਹ ਅਨੂਪ ਹੈ। ਅਨੂਪ ਹੁੰਦਾ ਅਤੀ ਸੁੰਦਰ। ਪਰਮਾਤਮਾ ਦਾ ਸਰੂਪ ਅਤੀ ਸੁੰਦਰ ਹੈ ਅਤੇ ਜਿਹੜਾ ਵੀ ਹੈ ਉਹ ਇੱਕੋ ਜਿਹਾ ਹੈ। ਉਹ ਤਬਦੀਲ ਨਹੀਂ ਹੁੰਦਾ, ਉਹ ਬਦਲਦਾ ਨਹੀਂ। ਜਦੋਂ ਦਾ ਵੀ ਪਰਮਾਤਮਾ ਬਣਿਆ ਹੋਇਆ ਉਹਦਾ ਇੱਕੋ ਹੀ ਰੂਪ ਹੈ ਅਤੇ ਉਹ ਅਤੀ ਸੁੰਦਰ ਹੈ। ਇਹੀ ਕਾਰਨ ਹੈ ਕਿ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ ਉਹ ਵੀ ਹੌਲੀ ਹੌਲੀ ਸੁੰਦਰ ਹੋ ਜਾਂਦਾ ਹੈ। ਉਹਦਾ ਚਿਹਰਾ ਵੀ ਖੇੜੇ 'ਚ ਆ ਜਾਂਦਾ ਹੈ। ਕਿਉਂ? ਪਰਮਾਤਮਾ ਸੁੰਦਰ ਹੈ। ਜੋ ਪਰਮਾਤਮਾ ਦੇ ਵਿੱਚ ਗੁਣ ਨੇ ਉਹ ਭਗਤ ਦੇ ਵਿੱਚ ਪੈਦਾ ਹੋ ਜਾਂਦੇ ਹਨ। ਸੋ ਪਰਮਾਤਮਾ ਸੁੰਦਰ ਹੈ। ਜਿਉਂ ਜਿਉਂ ਅਸੀਂ ਨਾਮ ਜਪੀ ਜਾਂਦੇ ਹਾਂ ਅਸੀਂ ਵੀ ਸੁੰਦਰ ਹੋਣ ਲੱਗ ਜਾਂਦੇ ਹਾਂ। ਸਾਡਾ ਚਿਹਰਾ ਵੀ ਸੋਹਣਾ ਹੋ ਜਾਂਦਾ ਹੈ, ਅਟਰੈਕਟਿਵ ਹੋ ਜਾਂਦਾ ਹੈ। ਰੰਕ ਪਇਓ ਰਾਵ ਕਹੀਂ ਭੂਪਾ, ਕਹੀਂ ਪੜ੍ਹਨਾ ਕਿਤੇ। ਰੰਕ ਹੁੰਦਾ ਗਰੀਬ, ਰਾਵ ਹੁੰਦਾ ਅਮੀਰ, ਭੂਪਾ ਹੁੰਦਾ ਰਾਜਾ। ਕਿਤੇ ਪਰਮਾਤਮਾ ਗਰੀਬ ਹੈ, ਕਿਤੇ ਅਮੀਰ ਹੈ, ਕਿਤੇ ਰਾਜਾ ਬਣਿਆ ਹੋਇਆ ਹੈ। ਕਿਉਂਕਿ ਪਰਮਾਤਮਾ ਗਰੀਬ ਦੇ ਵਿੱਚ ਵੀ ਹੈ, ਪਰਮਾਤਮਾ ਅਮੀਰ ਦੇ ਵਿੱਚ ਵੀ ਹੈ, ਪਰਮਾਤਮਾ ਰਾਜੇ ਦੇ ਵਿੱਚ ਵੀ ਹੈ। ਇਸ ਲਈ ਕਿਤੇ ਉਹ ਗਰੀਬ ਹੈ, ਕਿਤੇ ਉਹ ਅਮੀਰ ਹੈ, ਕਿਤੇ ਉਹ ਰਾਜਾ ਹੈ। ਅੰਡਜ ਜੇਰਜ ਸੇਤਜ ਕੀਨੀ, ਉਤਪੁਜ ਖਾਨ ਬਹੁਰ ਰਚ ਦੀਨੀ। ਬਹੁਰ ਹੁੰਦਾ ਫਿਰ। ਇਹ 4 ਖਾਣੀਆਂ ਮੰਨੀਆਂ ਗਈਆਂ ਧਰਮ ਅਨੁਸਾਰ। ਜੀਵਾਂ ਦੀ ਉਤਪਤੀ ਦੇ 4 ਸਾਧਨ ਮੰਨੇ ਗਏ ਹਨ। ਇੱਕ ਹੈ ਅੰਡਜ, ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ। ਜੇਰਜ, ਜੇਰ ਤੋਂ ਪੈਦਾ ਹੋਣ ਵਾਲੇ ਜੇ ਮਨੁੱਖ ਅਤੇ ਪਸ਼ੂ ਨੇ। ਸੇਤਜ, ਪਸੀਨੇ ਨੂੰ ਕਹਿੰਦੇ ਨੇ। ਪਸੀਨੇ ਤੋਂ ਜਿਵੇਂ ਜੂਆਂ ਹੋ ਜਾਂਦੀਆਂ ਨੇ। ਕਹਿੰਦੇ ਪਰਮਾਤਮਾ ਨੇ ਪਹਿਲਾਂ ਅੰਡਜ, ਜੇਰਜ, ਸੇਤਜ ਇਹ 3 ਖਾਣੀਆਂ ਬਣਾਈਆਂ। ਉਤਪੁਜ ਖਾਨ ਅਤੇ ਚੌਥੀ ਖਾਣੀ ਉਤਪੁਜ ਧਰਤੀ। ਧਰਤੀ ਦੇ ਵਿੱਚ ਦੇਖੋ ਕਿੰਨਾ ਕੁਛ ਪੈਦਾ ਹੁੰਦਾ ਹੈ। ਬਹੁਰ ਰਚ ਦੇਣੀ। ਫਿਰ ਪਰਮਾਤਮਾ ਨੇ ਉਤਪੁਜ ਖਾਣੀ ਬਣਾਈ। ਸੋ 4 ਖਾਣੀਆਂ ਬਣਾਈਆਂ ਪਰਮਾਤਮਾ ਨੇ। ਅੰਡਜ, ਜੇਰਜ, ਸੇਤਜ, ਉਤਪੁਜ। ਇਹ 4 ਖਾਣੀਆਂ ਜੀਵਾਂ ਦੇ ਪੈਦਾ ਹੋਣ ਦੇ ਢੰਗ ਤਰੀਕੇ ਹਨ। ਕੋਈ ਜੀਵ ਆਂਡਿਆਂ ਤੋਂ ਪੈਦਾ ਹੁੰਦਾ ਹੈ, ਕੋਈ ਜੀਵ ਜੇਰ ਤੋਂ ਹੁੰਦਾ ਹੈ, ਕੋਈ ਸਿੱਲ ਜਾਂ ਪਸੀਨੇ ਤੋਂ ਹੁੰਦਾ ਹੈ ਅਤੇ ਕੋਈ ਧਰਤੀ ਤੋਂ ਹੁੰਦਾ ਹੈ। 19ਵੀਂ ਪੌੜੀ 'ਚ ਕਹਿੰਦੇ ਕਹੂੰ ਫੂਲ ਰਾਜਾ ਹਵੈ ਬੈਠਾ, ਕਹੂੰ ਸਿਮਟ ਪਇਓ ਸ਼ੰਕਰ ਇਕੈਠਾ, ਸਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦ ਜੁਗਾਦ ਸਰੂਪ ਸਵੰਭਵ। ਇਹਨੂੰ ਪੜ੍ਹਨਾ ਸਵੰਭਵ, ਆਪਣੇ ਆਪ ਤੋਂ। ਕਹੂੰ ਫੂਲ ਰਾਜਾ ਬੈਠਾ। ਫੂਲ ਰਾਜਾ ਬ੍ਰਹਮਾ ਨੂੰ ਕਹਿੰਦੇ ਨੇ। ਕਿਤੇ ਤੇ ਪਰਮਾਤਮਾ ਬ੍ਰਹਮਾ ਬਣ ਕੇ ਬੈਠਾ ਹੋਇਆ ਹੈ। ਕਹੂੰ ਸਿਮਟ ਪਿਓ ਸ਼ੰਕਰ ਇਕੱਠਾ।
ਤੇ ਕਿਤੇ ਸੁੰਗੜ ਕੇ ਸ਼ਿਵ ਜੀ ਬਣਿਆ ਹੋਇਆ ਹੈ। ਕਿਤੇ ਸ਼ਿਵ ਜੀ ਬਣ ਕੇ ਬੈਠਾ ਹੈ, ਕਿਤੇ ਜਿਹੜਾ ਹੈ ਬ੍ਰਹਮਾ ਬਣ ਕੇ ਬੈਠਾ ਹੈ। ਦੂਸਰੇ ਦਾ ਅਰਥ ਹੈ ਕਿ ਕਿਤੇ ਪਰਮਾਤਮਾ ਰਾਜਾ ਬਣ ਕੇ ਬੈਠਾ ਹੈ ਅਤੇ ਹੰਕਾਰ ਕਰਦਾ, ਫੁੱਲ ਕੇ ਫੁੱਲਿਆ ਹੋਇਆ ਹੰਕਾਰ ਹੈ। ਅਤੇ ਕਿਤੇ ਜਿਹੜਾ ਹੈ ਉਹ ਸੁੰਗੜ ਕੇ ਸੰਨਿਆਸੀ ਬਣ ਕੇ ਬੈਠ ਗਿਆ ਹੈ, ਕਿਸੇ ਨੂੰ ਮਿਲਦਾ ਗਿਲਦਾ ਨਹੀਂ, ਇਕਾਂਤ 'ਚ ਰਹਿੰਦਾ ਹੈ। ਸੋ ਕਿਤੇ ਦਾ ਪਰਮਾਤਮਾ ਬ੍ਰਹਮ, ਫੂਲ ਰਾਜਾ ਬ੍ਰਹਮ, ਕਿਉਂਕਿ ਬ੍ਰਹਮ ਜਿਹੜਾ ਹੈ ਕਮਲ ਦੀ ਨਾਭੀ ਦੇ ਵਿੱਚੋਂ ਨਿਕਲਿਆ ਸੀ, ਇਸ ਲਈ ਫੁੱਲ 'ਤੇ ਬੈਠਾ ਸੀ। ਬ੍ਰਹਮ ਆਲੇ ਦੁਆਲੇ ਪਾਣੀ ਹੀ ਪਾਣੀ ਹੈ, ਵਿੱਚ ਕਮਲ ਦਾ ਫੁੱਲ ਹੈ, ਉਹਦੇ ਉੱਤੇ ਬ੍ਰਹਮ ਬੈਠਾ ਹੈ। ਆਕਾਸ਼ਬਾਣੀ ਹੋਈ ਵੀ ਹੇ ਬ੍ਰਹਮ, ਤੂੰ ਜਿਸ ਕਮਲ ਦੇ ਉੱਤੇ ਬੈਠਾ ਨਾ, ਇਹਦੀ ਨਾਲੀ ਵਿੱਚੋਂ ਤੂੰ ਨਿਕਲਿਆ। ਮੈਂ ਐਡਾ ਵੱਡਾ, ਇਹ ਨਾਲੀ ਦੇ ਵਿੱਚੋਂ ਕਿਵੇਂ ਨਿਕਲ ਸਕਦਾ? ਉਹਨੇ ਲੱਤ ਮਾਰੀ, ਉਹ ਨਾਲੀ ਦੇ ਵਿੱਚ, ਕਮਲ ਦੀ ਜਿਹੜੀ ਨਾਲੀ ਸੀ, ਨਾੜ ਜੋ ਉਹਦੇ ਵਿੱਚ ਲੈ ਗਿਆ। ਅਤੇ ਧਰਮ ਕਹਿੰਦੇ ਕਈ ਯੁੱਗ ਵਿੱਚ ਫਿਰਦਾ ਰਿਹਾ, ਉਹ ਪਰਮਾਤਮਾ ਅੰਤ ਹੀ ਨਹੀਂ ਪਾ ਸਕਿਆ। ਉਹ ਮੁੱਕੇ ਹੀ ਨਾ ਕਿਤੇ, ਉਹਦਾ ਨਾਲ ਦਾ ਅੰਤ ਹੀ ਨਾ ਕਿਤੇ ਆਵੇ। ਫਿਰ ਅਰਦਾਸਾਂ ਕਰਦਾ ਹੁਣ, ਫਿਰ ਬਾਹਰ ਆ ਕੇ ਫਿਰ ਬਾਹਰ ਨਿਕਲਿਆ। ਕਹਿੰਦਾ ਮੈਂ ਤਾਂ ਸਮਝਦਾ ਮੈਂ ਹੀ ਵੱਡਾ, ਇਹ ਜਿਹੜਾ ਫੁੱਲ ਹੈ ਜਿਸ 'ਤੇ ਮੈਂ ਬੈਠਾ, ਇਹ ਤਾਂ ਮੇਰੇ ਤੋਂ ਵੀ ਵੱਡਾ ਹੈ। ਸੋ ਤਾਂ ਕਹਿੰਦੇ ਬ੍ਰਹਮਾ ਕਮਲ ਦੀ ਨਾਭੀ 'ਚੋਂ ਨਿਕਲਿਆ। ਸੋ ਕਿਤੇ ਪਰਮਾਤਮਾ ਬ੍ਰਹਮਾ ਬਣ ਕੇ ਬੈਠਾ ਹੈ, ਕਿਤੇ ਸ਼ਿਵ ਜੀ ਬਣ ਕੇ, ਸ਼ੰਕਰ ਸ਼ਿਵ ਜੀ ਮਹਾਰਾਜ ਨੂੰ ਕਹਿੰਦੇ, ਕਿਤੇ ਸਿਮਟ ਕੇ ਸੁੰਗੜ ਕੇ ਸ਼ਿਵ ਜੀ ਬਣ ਕੇ ਬੈਠਾ ਹੈ। ਸਗਰੀ, ਕਈ ਗੁੱਟ ਗਏ ਨਾ ਪੁਰਾਣਿਆਂ 'ਚ, ਸਿਗਰੀ ਹੈ। ਸਿਗਰੀ ਕੋਈ ਸ਼ਬਦ ਨਹੀਂ ਹੁੰਦਾ, ਕਈ ਵਾਰੀ ਮਿਸਪ੍ਰਿੰਟ ਹੋ ਜਾਂਦਾ ਹੈ ਛਾਪੇਖਾਨੇ 'ਚ, ਉਸੇ ਤਰ੍ਹਾਂ ਅੱਗੇ ਚਲੀ ਜਾਂਦਾ ਹੈ। ਹਿੰਦੀ ਦਾ ਸ਼ਬਦ ਹੈ ਸਗਰੀ, ਜਿਹਨੂੰ ਕਹਿੰਦੇ ਸਗਲੀ, ਸਾਰੀ। ਸਗਰੀ ਸ੍ਰਿਸ਼ਟ ਦਿਖਾਏ ਅਚੰਭ, ਪਰਮਾਤਮਾ ਦੀ ਸਾਰੀ ਸ੍ਰਿਸ਼ਟੀ ਬੜੀ ਅਸਚਰਜ ਵਿਖਾਈ ਦੇ ਰਹੀ ਹੈ। ਅਸੰਭਵ ਅਚੰਭਵ ਹੁੰਦਾ, ਅਲਗਾ ਦੇਖੋ ਕਿਸੇ ਚੀਜ਼ ਦੇ ਬੜਾ ਅਚੰਭਾ ਹੋਇਆ ਜੀ, ਹੈਰਾਨੀ ਹੋਣੀ, ਅਸਚਰਜ ਹੋ ਜਾਣਾ। ਸਾਰੀ ਸ੍ਰਿਸ਼ਟੀ ਜਿਹੜੀ ਪਰਮਾਤਮਾ ਦੀ ਹੈ ਬੜੀ ਅਸਚਰਜ ਵਿਖਾਈ ਦੇ ਰਹੀ ਹੈ। ਆਦਿ ਜੁਗਾਦ ਸਰੂਪ ਸਵੰਭਵ, ਆਦਿ ਜੁਗਾਦ ਤੋਂ ਭਾਵ ਸ਼ੁਰੂ ਤੋਂ ਹੀ ਪਰਮਾਤਮਾ ਜਿਹੜਾ ਸੁੰਦਰ ਹੈ, ਸਰੂਪ ਸਰੂਪ, ਸੋਹਣੇ ਰੂਪ ਵਾਲਾ। ਆਦਿ ਜੁਗਾਦ ਤੋਂ ਭਾਵ ਸ਼ੁਰੂ ਤੋਂ ਹੀ ਪਰਮਾਤਮਾ ਸੁੰਦਰ ਹੈ। ਇੱਕ ਸਵੰਭਵ, ਆਪਣੇ ਆਪ ਤੋਂ ਹੈ, ਜਿਹਨੂੰ ਜਪਜੀ ਸਾਹਿਬ ਲਿਖਿਆ ਸਾਹਿਬ ਹੰਗ, ਆਪਣੇ ਆਪ ਤੋਂ। ਪਰਮਾਤਮਾ ਨੂੰ ਕਿਸੇ ਨੇ ਬਣਾਇਆ ਨਹੀਂ, ਜੇ ਬਣਾਇਆ ਹੁੰਦਾ ਤਾਂ ਫਿਰ ਪਰਮਾਤਮਾ ਤੋਂ ਬਣਾਉਣ ਵਾਲਾ ਵੱਡਾ ਹੋ ਜਾਣਾ ਸੀ, ਫਿਰ ਉਹ ਵੱਡਾ ਹੋ ਜਾਣਾ ਸੀ। ਪਰਮਾਤਮਾ ਆਪਣੇ ਆਪ ਤੋਂ ਹੈ, ਇਹੀ ਕਾਰਨ ਹੈ ਕਿ ਉਸ ਤੋਂ ਕੋਈ ਵੱਡਾ ਨਹੀਂ ਹੈ। ਸਾਰੇ ਉਸੇ ਦੇ ਬਣਾਏ ਹੋਏ ਹਨ। ਜਿਹੜੀ ਚੀਜ਼ ਮੇਰੀ ਬਣਾਈ ਹੋਈ ਆ, ਮੇਰੇ ਤੋਂ ਹਮੇਸ਼ਾ ਛੋਟੀ ਹੋਵੇਗੀ। ਜਿਹਨੇ ਮੈਨੂੰ ਬਣਾਇਆ ਉਹ ਮੇਰੇ ਤੋਂ ਵੱਡਾ ਹੋਏਗਾ। ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਬਣਾਈ, ਇਸ ਲਈ ਸਾਰੇ ਪਰਮਾਤਮਾ ਤੋਂ ਛੋਟੇ ਨੇ, ਪਰਮਾਤਮਾ ਸਭ ਤੋਂ ਵੱਡਾ ਹੈ। ਸੋ ਪਰਮਾਤਮਾ ਆਦਿ ਜੁਗਾਦ ਤੋਂ ਸੁੰਦਰ ਸਰੂਪ ਵਾਲਾ ਹੈ ਅਤੇ ਸਵੰਭਵ ਆਪਣੇ ਆਪ ਤੋਂ ਹੈ। ਇਹਨੂੰ ਪੜ੍ਹਨਾ ਸਵਯੰਭਵ, ਸੱਸੇ ਨੂੰ ਔਂਕੜ, ਈੜੀ ਨੂੰ ਸਿਹਾਰੀ, ਆੜੇ ਤੇ ਟਿੱਪੀ ਭਬਾ ਵਾ, ਸਵਯੰਭਵ। ਜਾਂ ਪੜ੍ਹਨਾ ਸਵੰਭਵ, ਸੱਸੇ ਨੂੰ ਔਂਕੜ, ਆੜੇ ਤੇ ਟਿੱਪੀ ਭਬਾ ਵਾ, ਸਵੰਭਵ। ਇਹ ਵੀ ਉਚਾਰਨ ਹੈ। ਦੂਸਰਾ ਸਵਯੰਭਵ, ਜਿਹੜਾ ਆਪਣੇ ਆਪ ਤੋਂ ਹੋਵੇ। ਪਰਮਾਤਮਾ ਆਪਣੇ ਆਪ ਤੋਂ ਹੈ, ਉਸ ਨੂੰ ਕਿਸੇ ਨੇ ਬਣਾਇਆ ਹੋਇਆ ਨਹੀਂ ਹੈ। ਅੱਗੇ ਕਹਿੰਦੇ ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਘਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ। ਪਰਮਾਤਮਾ ਨੂੰ ਬੇਨਤੀ ਕੀਤੀ ਹੈ, ਅਬ ਰੱਛਾ ਮੇਰੀ ਤੁਮ ਕਰੋ। ਇਹ ਪਰਮਾਤਮਾ ਹੁਣ ਤੁਸੀਂ ਮੇਰੀ ਰੱਖਿਆ ਕਰੋ। ਰੱਛਾ ਮੈਨੇ ਰੱਖਿਆ, ਅਬ ਮੈਨੇ ਹੁਣ ਤੁਸੀਂ ਮੇਰੀ ਰੱਖਿਆ ਕਰੋ।
ਸਿੱਖ ਉਬਾਰ, ਜਿਹੜੇ ਸਿੱਖ ਨੇ ਉਹਨਾਂ ਨੂੰ ਬਚਾ ਲਓ, ਉਬਾਰ ਨਾ ਬਚਾ ਲੈਣਾ। ਅਸਿੱਖ ਸੰਘਰੋ, ਅਸਿੱਖ ਜਿਹੜੇ ਸਿੱਖਾਂ ਦੇ ਵਿਰੋਧੀ ਨੇ ਉਹਨੂੰ ਸੰਘਰੋ ਹੁੰਦਾ ਮਾਰ ਦਿਓ। ਜਿਹੜੇ ਸਿੱਖਾਂ ਦੇ ਵਿਰੋਧੀ ਨੇ ਉਹਨਾਂ ਨੂੰ ਮਾਰ ਦਿਓ, ਅਤੇ ਜਿਹੜੇ ਸਿੱਖ ਨੇ ਉਹਨਾਂ ਨੂੰ ਬਚਾ ਲਓ, ਅਤੇ ਨਾਲੇ ਮੇਰੀ ਰੱਖਿਆ ਕਰੋ। ਦੁਸ਼ਮਣ ਆਲੇ ਦੁਆਲੇ 'ਚ ਹੋ ਗਏ ਸਨ, ਆਲੇ ਦੁਆਲੇ ਦੁਸ਼ਮਣ ਹੋ ਗਏ ਨੇ। ਦੇਖੋ ਲੱਖਾਂ ਦੀ ਤਾਦਾਦ ਦੇ ਵਿੱਚ ਘੇਰਾ ਪਾ ਰੱਖਿਆ ਅਨੰਦਪੁਰ ਸਾਹਿਬ ਨੂੰ, ਇੰਨੇ ਦੁਸ਼ਮਣ ਹੀ ਦੁਸ਼ਮਣ ਆਲੇ ਦੁਆਲੇ। ਲੱਖਾਂ ਦੁਸ਼ਮਣਾਂ ਦੇ ਵਿੱਚ ਬਚ ਕੇ ਨਿਕਲ ਜਾਣਾ ਕਿੱਡੀ ਵੱਡੀ ਕਰਾਮਾਤੇ ਕਿਸਮ ਦੀ ਹੁੰਦੀ। ਸਿੱਖ ਉਬਾਰ ਅਸਿੱਖ ਸੰਘਰੋ, ਜਿਹੜੇ ਸਿੱਖ ਨੇ ਉਹਨਾਂ ਨੂੰ ਬਚਾਓ, ਜਿਹੜੇ ਅਸਿੱਖ ਨੇ, ਜਿਹੜੇ ਸਿੱਖਾਂ ਦੇ ਵਿਰੋਧੀ ਨੇ ਉਹਨਾਂ ਨੂੰ ਮਾਰ ਦਿਓ। ਦੁਸ਼ਟ ਜਿੱਤੇ ਉਠਵਤ ਉਤਪਾਤਾ, ਦੁਸ਼ਟ ਮੈਨੇ ਦੁਸ਼ਮਣ, ਜਿੱਤੇ ਮੈਨੇ ਜਿੱਤਨੇ, ਉਠਵਤ ਮੈਨੇ ਉੱਠ ਕੇ ਆਉਂਦੇ ਹਨ, ਉਤਪਾਤਾਂ ਦੇ ਲੜਾਈ ਕਰਨ ਲਈ। ਜਿੰਨੇ ਵੀ ਦੁਸ਼ਟ ਲੋਕ ਲੜਨ ਲਈ ਸਾਡੇ ਨਾਲ ਆਉਂਦੇ ਨਾ, ਸਕਲ ਮਲੇਸ਼ ਕਰੋ ਰਣ ਘੱਤ। ਸਕਲ ਮੈਨੇ ਸਾਰਿਆਂ ਦਾ, ਮਲੇਸ਼ ਹੁੰਦੇ ਭੈੜੀ ਇੱਛਾ ਵਾਲੇ, ਭਾਵੇਂ ਭੈੜੇ ਲੋਕ। ਸਕਲ ਮਲੇਸ਼ ਕਰੋ ਰਣ ਘੱਤ, ਰਣ ਹੁੰਦਾ ਲੜਾਈ ਦਾ ਮੈਦਾਨ, ਘਾਤਾ ਹੁੰਦਾ ਮਾਰ ਦੇਣਾ। ਇਹਨਾਂ ਸਾਰੇ ਮਲੇਛਾਂ ਨੂੰ, ਇਹਨਾਂ ਸਾਰੇ ਮਾੜੇ ਲੋਕਾਂ ਨੂੰ ਲੜਾਈ ਦੇ ਮੈਦਾਨ ਵਿੱਚ ਹੀ ਮਾਰ ਦਿਓ। ਜੇ ਅਸਤੋਜ ਤਵ ਸ਼ਰਨੀ ਪਰੇ, ਤਿਨ ਕੇ ਦੁਸ਼ਟ ਦੁਖਿਤ ਹੋਏ ਮਰੇ। ਪੁਰਖ ਜਵਨ ਪਗ ਪਰੇ ਤਿਹਾਰੇ, ਤਿਨ ਕੇ ਤੁਮ ਸੰਕਟ ਸਭ ਟਾਰੇ। ਅਸਤੋਜ ਪਰਮਾਤਮਾ ਨੂੰ ਕਹਿੰਦੇ ਨੇ। ਜੇ ਮੈਨੇ ਜਿਹੜੇ, ਜੱਜੇ ਨੂੰ ਸਿਹਾਰੀ ਵੀ ਲੱਗੇ ਤਾਂ ਵੀ ਜੇ ਮੈਨੇ ਜਿਹੜੇ ਹੁੰਦਾ, ਜੱਜੇ ਨੂੰ ਲਾਉਣ ਲੱਗੇ ਤਾਂ ਵੀ ਜੇ ਮੈਨੇ ਜਿਹੜੇ ਹੁੰਦਾ ਹੈ। ਜੇ ਅਸਤੋਜੇ ਤਾਂ ਸ਼ਰਨੀ ਪਰੇ, ਹੇ ਪਰਮਾਤਮਾ ਜਿਹੜੇ ਤੇਰੀ ਸ਼ਰਨ 'ਚ ਆ ਗਏ ਹਨ। ਤਿਨ ਕੇ ਦੁਸ਼ਟ ਦੁਖਿਤ ਹੋ ਮਰੇ, ਉਹਨਾਂ ਦੇ ਦੁਸ਼ਟ ਹੁੰਦੇ ਵੈਰੀ, ਉਹਨਾਂ ਦੇ ਵੈਰੀ ਦੁਖਿਤ ਹੁੰਦੇ ਦੁਖੀ ਹੋ ਕੇ, ਹਵੈ ਹੋ ਕੇ, ਉਹਨਾਂ ਦੇ ਵੈਰੀ ਦੁਖੀ ਹੋ ਕੇ ਮਰ ਗਏ। ਹੇ ਪਰਮਾਤਮਾ ਜਿਹੜੇ ਤੇਰੀ ਸ਼ਰਨ 'ਚ ਆ ਗਏ ਨਾ, ਉਹਨਾਂ ਜਿਹੜੇ ਦੁਸ਼ਮਣ ਸਨ ਉਹ ਦੁਖੀ ਹੋ ਕੇ ਮਰ ਗਏ। ਭਾਵ ਜਿਹੜੇ ਤੇਰੀ ਸ਼ਰਨ 'ਚ ਆ ਗਏ ਤੂੰ ਉਹਨਾਂ ਦਾ ਕੁਛ ਨਹੀਂ ਵਿਗੜ ਦਿੱਤਾ, ਕਿਉਂਕਿ ਪਰਮਾਤਮਾ ਤੋਂ ਵੱਡਾ ਕੋਈ ਹੋਰ ਹੈ ਹੀ ਨਹੀਂ ਹੈ। ਸ਼ਰਨ ਤਗੜੇ ਦੇ ਕੋਈ ਜਾਣ ਲੈਣੀ ਚਾਹੀਦੀ ਸ਼ਰਨ। ਮਾੜਾ ਜਿਹੜਾ ਹੈ, ਮੰਨ ਲਓ ਜੰਗਲ 'ਚ ਸ਼ੇਰ ਹੈ, ਰਾਜ ਗਿੱਦੜ ਦਾ ਘੁਰਨਾ ਆ ਗਿਆ ਹੈ, ਅਤੇ ਜੇ ਕੋਈ ਬੰਦਾ, ਜੇ ਕੋਈ ਜਾਨਵਰ ਇਹ ਕਹੇ ਮੈਂ ਗਿੱਦੜ ਦੀ ਸ਼ਰਨ ਲੈ ਲਾਂ, ਤਾਂ ਉਹ ਸ਼ਰਨ ਦੇਣ ਦੇ ਸਮਰੱਥ ਹੀ ਨਹੀਂ, ਕਿਉਂਕਿ ਸ਼ੇਰ ਨੇ ਤਾਂ ਗਿੱਦੜ ਨੂੰ ਵੀ ਖਾ ਜਾਣਾ ਹੈ, ਅਤੇ ਜਿਹਨੇ ਸ਼ਰਨ ਲਈ ਉਹਨੂੰ ਵੀ ਖਾ ਜਾਣਾ ਹੈ। ਸ਼ਰਨ ਹਮੇਸ਼ਾ ਤਾਕਤਵਰ ਦੀ ਲਈ ਦੀ, ਉਸ ਦੀ ਜਿਸ ਤੋਂ ਵੱਡਾ ਹੋਰ ਕੋਈ ਤਾਕਤਵਰ ਹੀ ਨਹੀਂ ਹੈ। 1962 'ਚ ਇਹੀ ਗੱਲ ਹੋਈ। ਤਿੱਬਤ ਉੱਤੇ ਹਮਲਾ ਕਰਤਾ ਚਾਈਨਾ ਨੇ। ਦਲਾਈ ਲਾਮਾ ਜਿਹੜਾ ਇਹਨਾਂ ਦਾ ਗੁਰੂ ਸੀ ਲਾਮਿਆਂ ਦਾ, ਉਹ ਜਿਹੜਾ ਹੈ ਉੱਥੋਂ ਵਿਚਾਰਾ ਭੱਜ ਕੇ ਹਿੰਦੁਸਤਾਨ ਦੀ ਸ਼ਰਨ 'ਚ ਆ ਗਿਆ। ਦਲਾਈ ਲਾਮਾ ਆ ਗਿਆ, ਉਹਦੇ ਚੇਲੇ ਬਲ ਕੇ ਵੀ ਆ ਗਏ, ਇਹ ਜਿਹੜੇ ਬੋਧੀ ਸਨ। ਹਿੰਦੁਸਤਾਨ ਨੇ ਉਹਨਾਂ ਨੂੰ ਸ਼ਰਨ ਦੇ ਦਿੱਤੀ। ਹੁਣ ਚੀਨ ਹਿੰਦੁਸਤਾਨ ਨਾਲੋਂ ਤਕੜਾ ਸੀ। ਚੀਨ ਨੇ ਹਿੰਦੁਸਤਾਨ ਨੂੰ ਕਿਹਾ ਵੀ ਮੇਰਾ ਬੰਦਾ ਇਹਨੂੰ ਵਾਪਸ ਕਰ ਦਿਓ। ਹਿੰਦੁਸਤਾਨ ਨੇ ਕਹਿੰਦੇ ਨਹੀਂ, ਇਹ ਸਾਡੀ ਸ਼ਰਨ 'ਚ ਆ ਗਿਆ, ਅਸੀਂ ਨਹੀਂ ਵਾਪਸ ਕਰਨਾ। ਅਤੇ ਚੀਨ ਨੇ ਭਾਰਤ 'ਤੇ ਹਮਲਾ ਕਰਤਾ, ਅਤੇ ਸਾਡਾ ਲੱਖਾਂ ਕਿਲੋਮੀਟਰ ਇਲਾਕਾ ਉਦੋਂ ਚੀਨ ਨੇ 1962 ਦਬ ਲਿਆ। ਅੱਜ ਤੱਕ ਨਹੀਂ ਛੱਡਦਾ, ਅਜੇ ਹੋਰ ਲੈਣ ਨੂੰ ਕਹਿੰਦਾ। ਅਜੇ ਕਹਿੰਦਾ ਉੱਤਰਾਂਚਲ ਪ੍ਰਦੇਸ਼ ਜਿਹੜਾ ਇਹ ਵੀ ਮੇਰੇ ਹੀ, ਕਹਿੰਦੇ ਐਵੇਂ ਰੱਖ ਦੱਬਿਆ ਹੈ ਤੁਸੀਂ ਹਿੰਦੁਸਤਾਨ। ਹਾਂਜੀ, ਕਿਉਂ? ਅਸੀਂ ਸਮਰੱਥ ਹੀ ਨਹੀਂ ਸੀ, ਅਸੀਂ ਸਮਰੱਥ ਹੀ ਨਹੀਂ ਸੀ ਉਹਨੂੰ ਸ਼ਰਨ ਦੇਣ ਦੇ। ਸ਼ਰਨ ਦੇ ਕੇ ਘਾਟਾ ਹੀ ਖਾਧਾ, ਕੋਈ ਫਾਇਦਾ ਹੋਇਆ ਕੋਈ ਨੁਕਸਾਨ ਹੋ ਗਿਆ। ਅਸੀਂ ਮੁਕਾਬਲਾ ਕਰ ਨਾ ਸਕੇ ਚੀਨ ਦਾ, ਉਹਨੇ ਸਾਡਾ ਬਹੁਤ ਸਾਰਾ ਇਲਾਕਾ ਦਬ ਲਿਆ। ਸੋ ਪਰਮਾਤਮਾ ਹੀ ਹੈ ਜੋ ਸ਼ਰਨ ਦੇਣ ਦੇ ਸਮਰੱਥ ਹੈ। ਇਸ ਲਈ ਸ਼ਰਨ ਜਦੋਂ ਵੀ ਲੈਣੀ ਪਰਮਾਤਮਾ ਦੀ ਲੈਣੀ ਹੈ।
ਗੁਰੂ ਮਹਾਰਾਜ ਤਾਂ ਆਪ ਪਰਮਾਤਮਾ ਦੀ ਸ਼ਰਨ ਲੈ ਰਹੇ ਨੇ, ਕਹਿ ਨਹੀਂ ਰਹੇ ਆ ਮੇਰੀ ਰੱਖਿਆ ਤੁਮ ਕਰੋ, ਇਹ ਪਰਮਾਤਮਾ ਤੁਸੀਂ ਮੇਰੀ ਰੱਖਿਆ ਕਰੋ। ਗੁਰੂ ਮਹਾਰਾਜ ਵੀ ਪਰਮਾਤਮਾ ਦੀ ਸ਼ਰਨ ਲੈ ਰਹੇ ਹਨ। ਅਸੀਂ ਤਾਂ ਫਿਰ ਪਰਮਾਤਮਾ ਦੀ ਸ਼ਰਨ ਹੀ ਲੈਣੀ ਹੈ, ਕਿਉਂਕਿ ਉਹੀ ਸਭ ਤੋਂ ਵੱਡਾ ਤਾਕਤਵਰ ਹੈ, ਉਹੀ ਸ਼ਰਨ ਦੇਣ ਦੇ ਸਮਰੱਥ ਹੈ। ਕਹਿੰਦੇ ਜੇ ਅਸਤੋਇ ਤਵ ਸ਼ਰਨੀ ਪਰੇ, ਹੇ ਪਰਮਾਤਮਾ ਜਿਹੜੇ ਤੇਰੀ ਸ਼ਰਨ ਵਿੱਚ ਆ ਗਏ, ਤਿਨ ਕੇ ਦੁਸ਼ਟ ਦੁਖਿਤ ਹੋਏ ਮਰੇ, ਉਹਨਾਂ ਦੇ ਵੈਰੀ ਦੁਖੀ ਹੋ ਕੇ ਮਰ ਗਏ। ਪੁਰਖ ਜਵਨ ਪਗ ਪਰੇ ਤਿਹਾਰੇ, ਜਵਨ ਮੈਨੇ ਜਿਹੜੇ ਪੁਰਖ ਜਿਹੜੇ ਵਿਅਕਤੀ ਪਗ ਚਰਨੀ ਪਰੇ ਤਿਹਾਰੇ, ਹੇ ਪਰਮਾਤਮਾ ਜਿਹੜੇ ਵਿਅਕਤੀ ਤੇਰੇ ਚਰਨਾਂ 'ਤੇ ਡਿੱਗ ਪਏ, ਤੇਰੇ ਚਰਨਾਂ ਨੂੰ ਫੜ ਲਿਆ ਜਿਨ੍ਹਾਂ ਨੇ, ਭਾਵ ਤੇਰੀ ਸ਼ਰਨ 'ਚ ਆ ਗਏ, ਤਿਨ ਕੇ ਤੁਮ ਸੰਕਟ ਸਭ ਟਾਰੇ, ਉਹਨਾਂ ਦੇ ਸਾਰੇ ਸੰਕਟ ਤੁਸੀਂ ਟਾਲ ਦਿੱਤੇ। ਟਾਰੇ ਮੈਨੇ ਟਾਲ ਦਿੱਤੇ। ਜਿਹੜੇ ਵੀ ਤੇਰੀ ਸ਼ਰਨ 'ਚ ਆ ਗਏ, ਜਿਨ੍ਹਾਂ ਨੇ ਤੇਰੇ ਪੈਰ ਫੜ ਲਏ ਹਨ, ਕਿਹਦੇ ਪੈਰ ਫੜਨ ਦਾ ਕੀ ਮਤਲਬ ਹੈ? ਆਹੀ ਹੈ ਵੀ ਤੁਸੀਂ ਹੀ ਮੇਰੀ ਰੱਖਿਆ ਕਰਨ ਵਾਲੇ, ਤੁਸੀਂ ਹੀ ਮੈਨੂੰ ਬਚਾਉਣ ਵਾਲੇ, ਤੁਸੀਂ ਹੀ ਮੇਰਾ ਕਾਰਜ ਕਰਨ ਵਾਲੇ, ਕਿਰਪਾ ਕਰੋ। ਹਾਂਜੀ, ਕਈ ਲੋਕ ਪੈਰ ਹੀ ਨਹੀਂ ਛੱਡਦੇ, ਆਪਣੀ ਗੱਲ ਮਨਵਾ ਕੇ ਹੀ ਹਟਦੇ ਹਨ, ਫੜੀ ਰੱਖਦੇ ਪੈਰ, ਬੇਨਤੀਆਂ ਕਰੀ ਜਾਂਦੇ ਨੇ, ਕਰੀ ਜਾਂਦੇ ਨੇ, ਕਰੀ ਜਾਂਦੇ ਨੇ। ਪਰਮਾਤਮਾ ਵੈਸੇ ਹੀ ਦਇਆਲੂ ਹੈ, ਉਹਨੂੰ ਫਿਰ ਦਇਆ ਆ ਜਾਂਦੀ ਹੈ। ਸੋ ਪੁਰਖ ਜਵਨ ਪਗ ਪਰੇ ਤਿਹਾਰੇ, ਜਿਹੜੇ ਮਨੁੱਖ ਹੈ ਪਰਮਾਤਮਾ ਤੁਹਾਡੇ ਚਰਨਾਂ 'ਤੇ ਆ ਜਾਂਦੇ ਹਨ, ਤਿਨ ਕੇ ਤੁਮ ਸੰਕਟ ਸਭ ਟਾਰੇ, ਟਾਰੇ ਮੈਨੇ ਟਾਲ ਦਿੱਤੇ, ਉਹਨਾਂ ਦੇ ਸਾਰੇ ਸੰਕਟ, ਉਹਨਾਂ ਦੇ ਸਾਰੇ ਦੁੱਖ ਤੁਸੀਂ ਟਾਲ ਦਿੱਤੇ, ਭਾਵ ਖਤਮ ਕਰ ਦਿੱਤੇ। ਜੋ ਕਲ ਕੋ ਇੱਕ ਬਾਰ ਧਿਆਇ ਹੈ, ਤਾਕੇ ਕਾਲ ਨਿਕਟ ਨ ਐ, ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਰੇ ਤਤ ਕਾਲਾ। ਪਹਿਲਾ ਦੁਸ਼ਟ ਪੜ੍ਹਨਾ, ਦੂਜਾ ਅਰਿਸ਼ਟ ਪੜ੍ਹਨਾ, ਬਿੰਦੀ ਤੋਂ ਬਿਨਾਂ। ਦੁਸ਼ਟ ਵੈਰੀ ਹੁੰਦਾ, ਅਰਿਸ਼ਟ ਵਿਪਤਾ ਹੁੰਦੀ ਹੈ। ਮੁਸੀਬਤ ਜਾਂ ਵਿਪਤਾ ਨੂੰ ਅਰਿਸ਼ਟ ਕਹਿੰਦੇ ਨੇ। ਜੋ ਕੱਲ ਕੋ ਇੱਕ ਵਾਰ ਧਿਆਇਆ ਹੈ, ਕੱਲ ਪਰਮਾਤਮਾ ਨੂੰ ਕਹਿੰਦੇ ਨੇ, ਜਿਹੜਾ ਇੱਕ ਵਾਰ ਵੀ ਪਰਮਾਤਮਾ ਨੂੰ ਧਿਆਉਂਦਾ ਹੈ, ਇੱਕ ਵਾਰ ਵੀ, ਇੱਕ ਵਾਰ ਹੀ ਮੂੰਹ ਵਾਹਿਗੁਰੂ ਕਹਿ ਦਿੱਤਾ ਹੈ, ਤਾਂ ਕਿ ਕਾਲ ਨਿਕਟ ਨ ਐ, ਇਹ ਜਮ ਜਿਹੜਾ ਹੈ, ਮੌਤ ਦਾ ਜਮ, ਉਹਦੇ ਨੇੜੇ ਨਹੀਂ ਆਉਂਦਾ। ਭਾਵ ਨਾਮ ਜਪਣ ਵਾਲੇ ਨੂੰ ਜਮਦੂਤ ਲੈਣ ਹੀ ਨਹੀਂ ਆਉਂਦੇ। ਇਹ ਪਰਮਾਤਮਾ ਜਿਹੜਾ ਤੇਰਾ ਨਾਮ ਜਪਦਾ ਨਾ, ਤਾਂ ਕਿ ਕਾਲ ਨਿਕਟ ਨ ਐ ਹੈ, ਉਹਦੇ ਨੇੜੇ ਜਮ ਨਹੀਂ ਆਉਂਦਾ, ਜਮ ਉਹਦੇ ਨੇੜੇ ਹੀ ਨਹੀਂ ਆਉਂਦਾ ਹੈ। ਉਹਨੂੰ ਲੈ ਕੇ ਜਾਣਾ ਤਾਂ ਕਿਤੇ ਰਿਹਾ, ਉਹਦੇ ਨੇੜੇ ਨਹੀਂ ਆਉਂਦਾ। ਜਿਵੇਂ ਇੱਕ ਜਲੰਧਰ ਦਾ ਬੰਦਾ ਸੀ, ਉਹਦੇ ਰਿਸ਼ਤੇਦਾਰ ਸਮਾਣੇ ਦੇ ਕੋਲ ਰਹਿੰਦੇ ਸਨ, ਉੱਥੇ ਪ੍ਰੋਗਰਾਮ ਸੀ, ਮੈਂ ਗਿਆ, ਕਥਾ ਵਾਰਤਾ ਕਰਕੇ ਲੰਗਰ ਛਕ ਰਿਹਾ। ਉਹਨੇ ਫਿਰ ਮੈਨੂੰ ਘਟਨਾ ਸੁਣਾਈ। ਜਿਹੜੀ ਮੈਂ ਘਟਨਾ ਸੁਣਾਈ ਉਹਦੇ ਨਾਲ ਸੰਬੰਧਿਤ ਹੀ ਉਹਨਾਂ ਨੇ ਮੈਨੂੰ ਇੱਕ ਘਟਨਾ ਸੁਣਾਈ। ਕਹਿੰਦੇ ਸਾਡਾ ਰਿਸ਼ਤੇਦਾਰ ਸੀ, ਬਹੁਤ ਭਜਨ ਬੰਦਗੀ ਕਰਨ ਵਾਲਾ ਸੀ। ਇੱਕ ਵਾਰ ਉਹਨੂੰ ਜਮ ਲੈਣ ਆ ਗਏ। ਜਦੋਂ ਜਮ ਆਏ, ਜਮਾਂ ਨੂੰ ਪਤਾ ਲੱਗ ਗਿਆ ਵੀ ਇਹ ਬੰਦਾ ਭਜਨ ਬੰਦਗੀ ਕਰਨ ਵਾਲਾ ਹੈ। ਹੁਣ ਹੁਕਮ ਸੀ ਉਹਨਾਂ ਨੂੰ, ਹੁਕਮ ਸੀ ਜਿਹੜਾ ਲਿਖਤੀ ਹੁਕਮ ਹੁੰਦਾ, ਉਹਨੂੰ ਕਹਿੰਦੇ ਚੀਰੀ। ਜਿਨ ਕੀ ਚੀਰੀ ਦਰਗਾਹ ਪਾਟੀ, ਤਿਨਾ ਮਰਨਾ ਭਾਈ। ਆਉਂਦਾ ਨਾ ਬਾਣੀ 'ਚ, ਜਿਨ੍ਹਾਂ ਦੀ ਚੀਰੀ, ਜਿਨ੍ਹਾਂ ਦਾ ਸੰਮਣ ਦਰਗਾਹ ਦੇ ਵਿੱਚ ਜਾਰੀ ਹੋ ਗਿਆ ਨਾ। ਜੱਜ ਵੀ ਕਈ ਵਾਰੀ ਸੰਮਣ ਜਾਰੀ ਕਰਦਾ, ਵੀ ਲੈ ਫਲਾਣੇ ਨੂੰ। ਕਈ ਵਾਰੀ ਅਗਲੇ ਹਾਜ਼ਰ ਹੀ ਨਾ ਹੁੰਦੇ, ਫਿਰ ਜੱਜ ਕਹਿੰਦੇ ਲਿਓ ਇਹਨੂੰ ਲੱਭ ਲੁੱਭ ਕੇ ਫੜ ਕੇ ਲਿਓ ਕਿਤੋਂ ਸੰਮਣ ਜੀ। ਸੋ ਉਹਨਾਂ ਕੋਲ ਸੰਮਣ ਹੁੰਦੇ ਨੇ, ਉਹ ਲਿਖਤੀ ਹੁਕਮ ਹੁੰਦਾ ਹੈ। ਮੂੰਹ ਜ਼ਬਾਨੀ ਨਹੀਂ ਫਲਾਣੇ ਚੱਕ ਲਿਓ, ਲਿਖਤੀ ਉਹਨਾਂ ਕੋਲ ਹੁਕਮਨਾਮਾ ਹੁੰਦਾ ਹੈ, ਲਿਖਤੀ ਸੰਮਣ ਹੁੰਦਾ ਹੈ ਕਿ ਫਲਾਣੇ ਨੂੰ ਲੈ ਕੇ ਆਉਣਾ ਹੈ। ਉਹਦਾ ਸਾਰਾ ਐਡਰੈਸ ਦਿੱਤਾ ਹੁੰਦਾ। ਵੈਸੇ ਤਾਂ ਜਦ ਜਮ ਮੰਨ ਲਓ ਮੇਰਾ ਲਿਖ ਕੇ ਦੇ ਦਿੱਤਾ, ਚੀਰੀ ਪਾੜਤੀ, ਉੱਥੋਂ ਚਿੱਠੀ ਦੇਤੀ ਹੈ,
ਲੋ ਜੈਮਲ ਸਿੰਘ ਸਪੁੱਤਰ ਖਜਾਨ ਸਿੰਘ ਸਪੁੱਤਰ ਵਧਾਵਾ ਸਿੰਘ। ਅੱਗੇ ਫਿਰ ਨਾ ਦਾਦੇ ਦਾ ਨਾਮ ਹੀ ਲਿਖਿਆ ਹੁੰਦਾ ਵੀ ਕਿਤੇ ਦੋ ਨਾ ਹੁਣ ਖਜਾਨ ਸਿੰਘ। ਜੈਮਲ ਸਿੰਘ ਸਪੁੱਤਰ ਖਜਾਨ ਸਿੰਘ ਸਪੁੱਤਰ ਵਧਾਵਾ ਸਿੰਘ, ਕੋਠੀ ਨੰਬਰ 108, ਨਿਊ ਮੇਰ ਸਿੰਘ ਕਲੋਨੀ, ਤ੍ਰਿਪੜੀ, ਪਟਿਆਲਾ, ਪੰਜਾਬ, ਹਿੰਦੁਸਤਾਨ ਨੂੰ 2:10 ਤੇ ਚੱਕ ਲਿਓ। ਬਸ ਆ ਜਾਣਾ ਫਿਰ 2:09 ਤੇ ਆ ਜਾ ਵੀ ਸੱਜਣਾ ਚੱਲੀਏ। ਤੁਰ ਪਿਆ ਨਹੀਂ ਫਿਰ ਤੁਰਦਾ, ਜਿੰਦ ਨਮਾਣੀ ਕੱਢੀਏ ਹੱਡਾਂ ਕੂ ਕੜਕਾਏ। ਉਹ ਹੱਡੀਆਂ ਭੰਨ ਕੇ ਤੋੜ ਕੇ ਕੱਢ ਕੇ ਜਿੰਦ ਲੈ ਜਾਂਦੇ। ਇਸ ਲਈ ਜਿਹੜਾ ਨਾਮ ਜਪਦਾ ਉਹ ਜਮ ਨੇੜੇ ਹੀ ਨਹੀਂ ਉਹਦੇ, ਉਹਨੂੰ ਲੈਣ ਹੀ ਨਹੀਂ ਆਉਂਦੇ। ਤਾਂ ਕਿ ਕਾਲ ਨਿਕਟ ਨ ਹੈ। ਕਾਲ ਮੈਨੇ ਜਮ ਕਾਲ ਦਾ ਜਮ, ਕਾਲ ਦਾ ਦੂਤ ਉਹਦੇ ਨੇੜੇ ਨਹੀਂ ਆਉਂਦਾ। ਹੈ ਆਉਂਦਾ ਹੈ, ਉਹਦੇ ਨੇੜੇ ਨਹੀਂ ਆਉਂਦਾ। ਰੱਛਾ ਹੋਏ ਤਾਹੇ ਸਭ ਕਾਲਾ ਹਰ ਸਮੇਂ। ਜਿਹੜਾ ਨਾਮ ਜਪਦਾ ਹੈ ਪਰਮਾਤਮਾ ਨੂੰ ਧਿਆਉਂਦਾ ਹੈ, ਹਰ ਸਮੇਂ ਉਹਦੀ ਪਰਮਾਤਮਾ ਰੱਖਿਆ ਕਰਦਾ ਹੈ, ਉਹਦੀ ਰੱਖਿਆ ਕਰਦਾ। ਤਾਂ ਹੀ ਕਹਿੰਦੇ ਚੌਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨਾ ਭਾਈ। ਜਿਵੇਂ ਲਛਮਣ ਜੀ ਨੇ ਰਾਮ ਚੰਦਰ ਜੀ ਦਾ ਨਾਮ ਲੈ ਕੇ ਸੀਤਾ ਜਿੱਥੇ ਆਪਣਾ ਘਰ ਸੀ, ਆਲੇ ਦੁਆਲੇ ਘਰ ਦੇ ਦੁਆਲੇ ਕੁਟੀਆ ਦੇ ਦੁਆਲੇ ਲਾਈਨ ਖਿੱਚੀ ਸੋਟੀ ਦੇ ਨਾਲ। ਉਸ ਭਰਜਾਈ ਨਹੀਂ ਸੀ ਕਹਿੰਦੇ ਹੁੰਦਾ ਲਛਮਣ, ਮਾਤਾ ਜੀ ਕਹਿੰਦਾ ਸੀ, ਮਾਤਾ ਜੀ ਤੁਸੀਂ ਇਸ ਲਾਈਨ ਦੇ ਅੰਦਰ ਰਹਿਣਾ। ਜੇ ਤੁਸੀਂ ਲਾਈਨ ਦੇ ਅੰਦਰ ਰਹੋਗੇ ਤੁਹਾਡਾ ਕੋਈ ਕੁਛ ਨਹੀਂ ਵਿਗਾੜ ਸਕੇਗਾ। ਅਸੀਂ ਜਾਣਾ ਸ਼ਿਕਾਰ ਖੇਡਣ ਅਤੇ ਤੁਸੀਂ ਇਹਦੇ ਅੰਦਰ ਰਹਿਣਾ। ਜਿੰਨਾ ਚਿਰ ਸੀਤਾ ਮਾਤਾ ਅੰਦਰ ਰਹੀ ਕੁਛ ਨਹੀਂ ਵਿਗੜਿਆ। ਜਦੋਂ ਉਹ ਰਾਵਣ ਸਾਧੂ ਬਣ ਕੇ ਆ ਗਿਆ, ਸਾਧੂ ਕਹਿ ਰਿਹਾ ਹੈ ਕਿ ਸਾਧੂ ਜਿਹੜੇ ਹੁੰਦੇ ਨੇ ਕਿਤੇ ਘਰ ਦੇ ਅੰਦਰ ਨਹੀਂ ਆਉਂਦੇ ਭਿੱਖਿਆ ਮੰਗਣ, ਉਹ ਘਰ ਦੇ ਬਾਹਰ ਰਹਿੰਦੇ ਨੇ। ਜੇ ਮੈਨੂੰ ਭਿੱਖਿਆ ਦੇਣੀ ਹੈ ਤਾਂ ਬਾਹਰ ਆ ਕੇ ਦਿਓ। ਪੁਰਾਣੇ ਜ਼ਮਾਨੇ ਸਾਧੂ ਨੂੰ ਮੋੜਿਆ ਨਹੀਂ ਸੀ ਕਰਦੇ ਖਾਲੀ ਹੱਥ, ਕੁਛ ਨਾ ਕੁਛ ਦੇ ਕੇ ਤੋਰਦੇ ਸਨ। ਇੱਕ ਪਾਸੇ ਲਛਮਣ ਦੀ ਵਾਰਨਿੰਗ ਹੈ ਕਿ ਤੁਸੀਂ ਇਸ ਲਾਈਨ ਤੋਂ ਬਾਹਰ ਨਹੀਂ ਜਾਣਾ, ਦੂਜੇ ਪਾਸੇ ਸਾਧੂ ਕਹਿੰਦਾ ਮੈਂ ਅੰਦਰ ਆ ਕੇ ਭਿੱਖਿਆ ਨਹੀਂ ਲੈਣੀ। ਬੇਹੰਗਮ ਸਾਧੂ ਕਿਸੇ ਦੇ ਘਰ ਜਾ ਕੇ ਭਿੱਖਿਆ ਨਹੀਂ ਲੈਂਦੇ, ਬਾਹਰ ਗੇਟ 'ਤੇ ਖੜ੍ਹੇ ਰਹਿੰਦੇ ਨੇ। ਜੇ ਭਿੱਖਿਆ ਦੇਣੀ ਹੈ ਤਾਂ ਇੱਥੇ ਦੇ ਜਾ। ਜਿਉਂ ਹੀ ਸੀਤਾ ਮਾਤਾ ਬਾਹਰ ਲਾਈਨ ਤੋਂ ਆਈ, ਰਾਵਣ ਚੱਕ ਕੇ ਲੈ ਗਿਆ। ਇਸ ਲਈ ਜਿਹੜੇ ਲੋਕ ਨਾਮ ਜਪਦੇ ਨੇ, ਹੁਣ ਜੇ ਉਹ ਮੰਨ ਲੈਂਦੇ ਤਾਂ ਫਿਰ ਤਾਂ ਅੱਗੇ ਕਹਾਣੀ ਖਤਮ ਹੋ ਜਾਣੀ ਸੀ, ਫਿਰ ਤਾਂ ਰਮਾਇਣ ਹੀ ਮੁੱਕ ਜਾਣੀ ਸੀ, ਉੱਥੇ ਗੱਲ ਹੀ ਨਹੀਂ ਸੀ ਕੋਈ ਬਣਨੀ। ਪਰ ਉਹ ਕੁਦਰਤ ਨੇ ਇਸ ਤਰ੍ਹਾਂ ਕਰਨਾ ਸੀ, ਬਸ ਮੁਸੀਬਤ ਖੜੀ ਹੋਣੀ ਸੀ। ਇਸ ਲਈ ਸਿੱਖ ਨੂੰ ਵੀ ਸਮਝਾਇਆ ਵੀ ਗੁਰੂ ਮਹਾਰਾਜ ਜੋ ਕਹਿੰਦੇ ਨੇ ਤੂੰ ਉਹ ਮੰਨ, ਜੇ ਨਹੀਂ ਮੰਨੇਗਾ ਤੇਰੇ ਲਈ ਮੁਸੀਬਤ ਖੜੀ ਹੋ ਜਾਏਗੀ। ਸੀਤਾ ਜੀ ਨੇ ਨਹੀਂ ਗੱਲ ਮੰਨੀ ਰਾਵਣ ਉਹਦੀ ਲਛਮਣ ਦੀ ਤਾਂ ਮੁਸੀਬਤ ਖੜੀ ਹੋ ਗਈ, ਫਿਰ ਹੋ ਗਈ ਨਾ ਖੜੀ। ਐਂ ਗੁਰੂ ਮਹਾਰਾਜ ਕਹਿੰਦੇ ਨੇ ਭਾਈ ਤੁਸੀਂ ਸਾਡੀ ਗੱਲ ਮੰਨੋ ਸਿੱਖੋ, ਨਹੀਂ ਮੰਨੋਗੇ ਤੁਹਾਡੇ ਲਈ ਮੁਸੀਬਤ ਖੜੀ ਹੋ ਜਾਏਗੀ। ਅਤੇ ਖੜੀ ਹੈ ਸਾਡੇ ਲਈ। ਹਾਂ ਅਸੀਂ ਵਕਤ ਨੂੰ ਫੜੇ ਹੋਏ ਹਾਂ। ਕਿਉਂ ਫੜੇ ਹਾਂ? ਅਸੀਂ ਗੁਰੂ ਦੀ ਗੱਲ ਨਹੀਂ ਮੰਨਦੇ। ਗੁਰੂ ਮਾਰ ਕੇ ਦਸਾਂ ਨਾਮ ਦੀ ਕਿਰਤ ਕਰੋ, ਅਸੀਂ ਉਹ ਕਰਦੇ ਨਹੀਂ। ਫਿਰ ਪੁਲਿਸ ਸਾਨੂੰ ਫੜ ਲੈਂਦੀ ਹੈ, ਨਾਲੇ ਕੁੱਟਦੀ ਹੈ, ਨਾਲੇ ਜਿਹੜੇ ਅਸੀਂ ਪੈਸੇ ਹਰਾਮ ਦੇ ਕਮਾਏ ਸੀ ਉਹ ਵੀ ਲੈ ਲੈਂਦੀ ਹੈ। ਫਿਰ ਕੁਝ ਵਕੀਲ ਲੈ ਲੈਂਦੇ ਨੇ, ਬਾਕੀ ਮੁਕੱਦਮਾ ਕਈ ਸਾਲ ਚੱਲਦਾ ਰਹਿੰਦਾ, ਮਗਰੋਂ ਜੇਲ੍ਹ ਹੋ ਜਾਂਦੀ। ਕੀ ਖਟਿਆ? ਗੁਰੂ ਮਹਾਰਾਜ ਕਹਿੰਦੇ ਭਾਈ ਹਰਾਮ ਦੀ ਕਮਾਈ ਨਾ ਕਰੋ। ਇਹ ਬੰਦਾ ਨਹੀਂ ਮੰਨਦਾ, ਬੰਦਾ ਨਹੀਂ ਮੰਨਦਾ। ਜਿਵੇਂ ਇੱਕ ਅੱਜ ਮੈਨੂੰ ਕਹਿੰਦਾ ਉਹ ਸਾਡਾ ਰਿਸ਼ਤੇਦਾਰ ਜੀ ਉਹਦੇ ਕੋਲ ਗੋਲੀਆਂ ਫੜੀਆਂ ਗਈਆਂ ਨੇ, ਉਹਦੀ ਜ਼ਮਾਨਤ ਹੋ ਜਾਏ। ਮੈਂ ਕਿਉਂ? ਮੈਂ ਇਸੇ ਕੰਮ ਲਈ ਰਹਿ ਗਿਆ। ਉਹ ਨਸ਼ੇ ਦੀਆਂ ਗੋਲੀਆਂ ਵੇਚਦਾ ਸੀ, ਹੁਣ ਫੜਿਆ ਗਿਆ ਚ ਮੈਂ ਕੀ ਕਰ ਸਕਦਾ ਹਾਂ? ਮੈਂ ਹੁਣ ਇੱਥੇ ਨਸ਼ਈਆਂ ਦੇ ਲਈ ਅਰਦਾਸਾਂ ਕਰਦਾ ਫਿਰ? ਇਹ ਨਹੀਂ ਕੰਮ ਹੋ ਸਕਦਾ। ਇਹ ਮੇਲ ਹੀ ਨਹੀਂ ਖਾਂਦਾ ਧਰਮ ਨਾਲ। ਹੋਰ ਕਿਤੇ ਜਾਓ। ਗੁਰੂ ਮਹਾਰਾਜ 3 ਗੱਲਾਂ ਖਾਸ ਕਰਕੇ ਕਹਿੰਦੇ ਨੇ,
ਤੁਸੀਂ 3 ਗੱਲਾਂ 'ਤੇ ਪਹਿਰਾ ਦਿਓ, ਤੈਨੂੰ ਜ਼ਿੰਦਗੀ ਕੁਛ ਨਹੀਂ ਹੋਏਗਾ। ਨੰਬਰ 1, ਹਰਾਮ ਦੀ ਕਮਾਈ ਨਹੀਂ ਲਿਆਉਣੀ। 10 ਨੂੰ ਦੀ ਕਿਰਤ ਕਰੋ। 1, ਨਾ ਨਸ਼ਾ ਕਰਨਾ ਨਾ ਵੇਚਣਾ। 2, ਅਤੇ ਬਗਾਨੀ ਜਨਾਨੀ ਨਾਲ ਸਰੀਰਕ ਸੰਬੰਧ ਨਹੀਂ ਰੱਖਣਾ। ਲੈ ਜਿਹੜਾ 3 ਗੱਲਾਂ ਤੋਂ ਬਚ ਕੁਛ ਨਹੀਂ ਵਿਗੜਦਾ, ਉਹਦਾ ਆਨੰਦ ਨਾ ਰਹੋ, ਉਹ ਆਨੰਦ ਨਾ ਰਹੋ, ਕੁਛ ਨਹੀਂ ਉਸਦਾ ਵਿਗੜੇਗਾ। ਇਹ ਤਿੰਨਾਂ ਨੂੰ ਹੀ ਜੇਲਾਂ ਹੁੰਦੀਆਂ, ਜਾਂ ਹਰਾਮ ਦੀ ਕਮਾਈ ਵਾਲਿਆਂ ਨੂੰ, ਜਾਂ ਨਸ਼ਈਆਂ ਨੂੰ, ਅਤੇ ਜਾਂ ਬਲਾਤਕਾਰੀਆਂ ਨੂੰ। ਇਹਨਾਂ ਨੂੰ ਹੀ ਜਿਹੜਾ ਜੇਲਾਂ ਹੁੰਦੀਆਂ। ਜਿਹੜਾ ਇਹਨਾਂ ਤਿੰਨਾਂ ਗੱਲਾਂ ਤੋਂ ਬਚ ਗਿਆ ਉਹ ਫਿਰ ਆਨੰਦ 'ਚ ਰਹਿੰਦਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਤਾਂ ਗੁਰੂਆਂ ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਪਾਈ। ਪਰਮਾਤਮਾ ਦਾ ਨਾਮ ਜਿਹੜਾ ਹੈ ਇਹ ਰਾਮ ਦੀ ਕਾਰ ਹੈ। ਜਿਹੜਾ ਨਾਮ ਜਪਦਾ ਰਹਿੰਦਾ ਉਹਨੂੰ ਕੋਈ ਦੁੱਖ ਨਹੀਂ ਲੱਗਦਾ, ਪਰਮਾਤਮਾ ਉਹਦੀ ਰੱਖਿਆ ਕਰਦਾ ਹੈ। ਰੱਛਾ ਹੋਏ ਤਾਹੇ ਸਭ ਕਾਲਾ, ਸਭ ਕਾਲਾ ਹਰ ਸਮੇਂ ਪਰਮਾਤਮਾ ਦੀ ਰੱਖਿਆ ਕਰਦਾ ਹੈ। ਦੁਸ਼ਟ ਹੁੰਦਾ ਵੈਰੀ, ਅਰਿਸ਼ਟ ਹੁੰਦਾ ਬਿਪਤਾ, ਟਰੇ। ਇਹ 2 ਚੀਜ਼ਾਂ ਨੇ, ਵੈਰੀ ਬਿਪਤਾ ਬਹੁਵਚਨ ਹੈ, ਇਸ ਲਈ ਟਰੇ ਨਹੀਂ, ਟਰੇ ਬਿੰਦੀ ਲਾ ਕੇ ਬੋਲਣਾ। ਦੁਸ਼ਟ ਅਰਿਸ਼ਟ ਟਰੇ ਤਤਕਾਲਾ। ਕਹਿੰਦੇ ਦੁਸ਼ਮਣ ਅਤੇ ਬਿਪਤਾ ਤੁਰੰਤ ਟਲ ਜਾਂਦੀ ਹੈ। ਦੁਸ਼ਮਣ ਮਾਰਨ ਆਇਆ ਹੈ, ਐਸੀ ਬਿਦ ਬਣੇਗੀ ਉਹ ਆਪ ਹੀ ਮਾਰਿਆ ਜਾਏਗਾ ਜਾਂ ਉੱਥੋਂ ਚਲਿਆ ਜਾਵੇਗਾ। ਅੱਗੇ ਕਹਿੰਦੇ, ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰੋ, ਤਾ ਕੇ ਤਾ ਤਨਕ ਮੋ ਹਰਿਓ। ਰਿੱਧ ਸਿੱਧ ਘਰ ਮੋ ਸਭ ਹੋਈ, ਦੁਸ਼ਟ ਛ ਸਕੈ ਨ ਕੋਈ। ਕਿਰਪਾ ਦ੍ਰਿਸ਼ਟ, ਕਿਰਪਾ ਦ੍ਰਿਸ਼ਟੀ, ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਾਰੋ। ਹੇ ਪਰਮਾਤਮਾ, ਤੁਸੀਂ ਕਿਰਪਾ ਦ੍ਰਿਸ਼ਟੀ ਨਾਲ ਜਿਹਦੇ ਸਰੀਰ ਨੂੰ ਵੇਖਦੇ ਹੋ, ਤਨ ਸਰੀਰ ਨੂੰ, ਜਾਹੇ ਮੈਨੇ ਜਿਸ ਦੇ, ਨਿਹਾਰੋ ਵੇਖਦੇ ਹੋ। ਹੇ ਪਰਮਾਤਮਾ, ਤੁਸੀਂ ਜਿਸ ਦੇ ਸਰੀਰ ਨੂੰ ਵੀ ਕਿਰਪਾ ਦ੍ਰਿਸ਼ਟੀ ਨਾਲ ਵੇਖਦੇ ਹੋ ਨਾ, ਤਾਂ ਕਿ ਤਾਪ ਤਨਕ ਮੂੰਹ ਹਰਿਓ। ਤਾਪ ਹੁੰਦਾ ਦੁੱਖ, ਤਨਕ ਮੂੰਹ 1 ਸੈਕਿੰਡ ਵਿੱਚ ਹਰਿਓ ਦੂਰ ਕਰ ਦਿੰਦੇ ਹੋ। ਤੁਸੀਂ ਉਸ ਦੇ ਦੁੱਖ 1 ਸੈਕਿੰਡ ਵਿੱਚ ਦੂਰ ਕਰ ਦਿੰਦੇ ਹੋ, 1 ਛਿਣ 'ਚ ਦੂਰ ਕਰ ਦਿੰਦੇ ਹੋ। ਕਿਉਂ? ਕਿਰਪਾ ਦ੍ਰਿਸ਼ਟੀ ਕਰਦੀ ਹੈ। ਤਾਂ ਹੀ ਪੰਚਮ ਪਾਤਸ਼ਾਹ ਵੀ ਕਹਿੰਦੇ ਨੇ, ਕਿਰਪਾ ਕਟਾਖਿਆ ਅਵਲੋਕਨ ਕੀਨੋ, ਦਾਸ ਕਾ ਦੁੱਖ ਬਿਦਾਰਿਓ। ਪਰਮਾਤਮਾ ਜੀ ਦਾ ਕਿਰਪਾ ਦ੍ਰਿਸ਼ਟੀ ਨੇ ਤੱਕਿਆ, ਦਾਸ ਦੇ ਸਾਰੇ ਦੁੱਖ ਹੀ ਦੂਰ ਕਰਦੇ। ਸੋ ਪਰਮਾਤਮਾ ਜੀ ਦਾ ਕਿਰਪਾ ਦ੍ਰਿਸ਼ਟੀ ਜਿਹਦੇ ਸਰੀਰ ਵਾਲੇ ਵੇਖ ਦਿੰਦੇ ਨਾ, ਉਹਦੇ ਸਾਰੇ ਦੁੱਖ 1 ਸੈਕਿੰਡ ਵਿੱਚ ਦੂਰ ਕਰ ਦਿੰਦਾ ਹੈ। ਰਿੱਧ ਸਿੱਧ ਘਰ ਮੂੰਹ ਸਭ ਹੋਈ। ਜਿਹਦੇ ਵੱਲ ਪਰਮਾਤਮਾ ਕਿਰਪਾ ਦ੍ਰਿਸ਼ਟੀ ਨਾਲ ਵੇਖਦੇ ਨਾ, ਰਿੱਧੀਆਂ ਸਿੱਧੀਆਂ ਉਹਦੇ ਘਰ 'ਚ ਆ ਜਾਂਦੀਆਂ ਨੇ। ਹਰ ਪ੍ਰਕਾਰ ਦੀ ਰਿੱਧੀ ਸਿੱਧੀ ਉਹਨੂੰ ਪ੍ਰਾਪਤ ਹੋ ਜਾਂਦੀ ਹੈ। ਰਿੱਧੀ ਦਾ ਸੰਬੰਧ ਮਾਇਆ ਨਾਲ ਹੈ, ਸਿੱਧੀ ਦਾ ਸੰਬੰਧ ਆਤਮਿਕ ਸ਼ਕਤੀਆਂ ਨਾਲ ਹੈ। ਉਹਨੂੰ ਧਨ ਦੌਲਤ ਅਤੇ ਆਤਮਿਕ ਸ਼ਕਤੀਆਂ ਦੀ ਕੋਈ ਕਮੀ ਨਹੀਂ ਰਹਿੰਦੀ। ਮਾਇਆ ਵੀ ਵਾਧੂ ਅਤੇ ਨਾਲ ਸ਼ਕਤੀਆਂ ਵੀ ਕੋਲ ਨੇ, ਉਹ ਵੀ ਵਾਧੂ ਹਨ। ਇਹ ਕਿਹਦੇ? ਜਿਹਦੇ ਵੱਲ ਪਰਮਾਤਮਾ ਕਿਰਪਾ ਦ੍ਰਿਸ਼ਟੀ ਨਾਲ ਵੇਖਦਾ ਹੈ। ਨਾ ਉਹਨੂੰ ਮਾਇਆ ਦੀ ਕਮੀ ਰਹਿੰਦੀ ਹੈ ਅਤੇ ਨਾ ਉਹਦੇ ਆਤਮਿਕ ਸ਼ਕਤੀਆਂ ਦੀ ਕੋਈ ਕਮੀ ਰਹਿੰਦੀ ਹੈ। ਕਿਉਂਕਿ 18 ਸਿੱਧੀਆਂ ਦੇ ਵਿੱਚੋਂ ਜੇ 1 ਸਿੱਧੀ ਵੀ ਕਿਸੇ ਨੂੰ ਪ੍ਰਾਪਤ ਹੋ ਜਾਏ ਨਾ, ਬਸ ਉਹਦੀ ਬੱਲੇ ਬੱਲੇ ਹੋਣ ਲੱਗਦੀ ਸਮਾਜ 'ਚ। ਕਿਉਂ? ਜਿਹੜੇ ਉਹਦੇ ਕੋਲ ਆਉਂਦੇ ਨੇ ਉਹਨਾਂ ਦੇ ਕੰਮ ਹੋਣ ਲੱਗਦੇ ਨੇ, ਉਹ ਬਸ ਫਿਰ ਅੱਗੇ ਅੱਗੇ ਪ੍ਰਚਾਰ ਕਰੀ ਜਾਂਦੇ ਨੇ, ਲੋਕ ਆਈ ਜਾਂਦੇ ਨੇ। ਰਿੱਧੀਆਂ ਸਿੱਧੀਆਂ ਵੱਲ ਨਾ ਆਪਣਾ ਪ੍ਰਚਾਰ ਨਹੀਂ ਕਰਨਾ ਪੈਂਦਾ ਅਖਬਾਰਾਂ ਛਪਾ ਕੇ ਕਿ ਮੇਰੇ ਕੋਲ ਆਓ ਜੀ। ਨਹੀਂ, ਜਿਹੜਾ ਵੀ ਉਹਦੇ ਕੋਲ ਆਉਂਦਾ ਉਹਦਾ ਕਾਰਜ ਸੌਰ ਜਾਂਦਾ, ਉਹ ਦੂਜੇ ਨੂੰ ਜਾ ਦੱਸਦਾ ਵੀ ਮੇਰਾ ਕੰਮ ਫਲਾਣੇ ਥਾਂ ਤੋਂ ਹੈ, ਫਲਾਣੇ ਮਹਾਂਪੁਰਖ ਕਰ ਕੀਤਾ, ਤੂੰ ਵੀ ਜਾ। ਇਸ ਤਰ੍ਹਾਂ ਅੱਗੇ ਆਪਣੇ ਆਪ ਹੀ ਪਤਾ ਲੱਗ ਜਾਂਦਾ ਹੈ। ਆਦਰ ਮਾਣ ਸਤਿਕਾਰ ਅਗਲਾ ਵਧੀਆ ਹੀ ਜਾਂਦਾ ਹੈ। ਕਿਉਂ? ਉਹਦੇ ਕੋਲ ਰਿੱਧੀਆਂ ਸਿੱਧੀਆਂ ਹੁੰਦੀਆਂ ਹਨ। ਰਿੱਧ ਸਿੱਧ ਘਰ ਮੂੰਹ ਸਭ ਹੋਈ। ਜਿਸ ਵੱਲ ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰਦਾ, ਉਹਦੇ ਘਰ ਦੇ ਵਿੱਚ ਸਾਰੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ। ਦੁਸ਼ਟ ਵੈਰੀ
ਛਾ ਪਰਛਾਵਾਂ ਛਵੈ ਛੂਹਣਾ ਸਕੈ ਨ ਕੋਈ। ਵੈਰੀ ਤਾਂ ਕਿਤੇ, ਵੈਰੀ ਦਾ ਪਰਛਾਵਾਂ ਵੀ ਉਹਨੂੰ ਛੋਹ ਨਹੀਂ ਸਕਦਾ। ਕਿਸ ਨੂੰ? ਜਿਹਦੇ ਵੱਲ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ। ਜਿਸ 'ਤੇ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ, ਵੈਰੀ ਨੇ ਤਾਂ ਕੀ, ਵੈਰੀ ਦਾ ਪਰਛਾਵਾਂ ਵੀ ਉਹਨੂੰ ਛੋਹ ਨਹੀਂ ਸਕਦਾ। ਭਾਵ ਉਸ 'ਤੇ ਕੋਈ ਵੈਰੀ ਦਾ ਅਸਰ ਨਹੀਂ ਹੁੰਦਾ, ਕੋਈ ਵੈਰੀ ਉਸ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ। ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਂਸ ਤੇ ਤਾਹੇ ਉਬਾਰਾ। ਜਿਨ ਹਰ ਨਾਮ ਤਿਹਾਰੋ ਕਹਾ, ਦਾਰਦ ਦੁਸ਼ਟ ਦੋਖ ਤੇ ਰਹਾ। ਏਕ ਬਾਰ ਜਿਨ ਤੁਮੈ ਸੰਭਾਰਾ, ਜਿਨ ਮੈਨੇ ਜਿਸ ਨੇ, ਸੰਭਾਰਾ ਮੈਨੇ ਯਾਦ ਕੀਤਾ। ਹੇ ਪਰਮਾਤਮਾ, ਜਿਸ ਨੇ ਇੱਕ ਵਾਰ ਵੀ ਤੈਨੂੰ ਯਾਦ ਕੀਤਾ ਨਾ, ਕਾਲ ਫਾਂਸ ਤੇ ਤਾਹੇ ਉਬਾਰਾ। ਕਾਲ ਦੀ ਫਾਹੀ ਤੋਂ ਤੂੰ ਉਸ ਨੂੰ ਬਚਾ ਲਿਆ, ਉਬਾਰਾ ਮੈਨੇ ਬਚਾ ਲਿਆ। ਤਾਹੇ ਮੈਨੇ ਉਸ ਨੂੰ, ਕਾਲ ਮੈਨੇ ਮੌਤ, ਫਾਂਸ ਮੈਨੇ ਫਾਹੀ। ਇਹ ਹਿੰਦੀ ਦਾ ਸ਼ਬਦ ਨੂੰ ਫਾਸ ਨਹੀਂ ਪੜ੍ਹਨਾ, ਕਾਲ ਫਾਸ ਨਹੀਂ ਪੜ੍ਹਨਾ, ਫਾਂਸ ਹੈ ਹਿੰਦੀ ਦਾ ਸ਼ਬਦ। ਕਾਲ ਫਾਂਸ ਤੇ ਤਾਹੇ ਉਬਾਰਾ। ਕਾਲ ਹੁੰਦਾ ਮੌਤ, ਫਾਂਸ ਮੈਨੇ ਫਾਹੀ, ਫਾਂਸੀ ਜਿਹਨੂੰ ਕਹਿੰਦੇ ਫਲਾਣੀ ਦੀ ਫਾਂਸੀ ਦਿੱਤੀ। ਕਾਲ ਦੀ ਫਾਹੀ ਤੋਂ ਉਸ ਨੂੰ ਤੁਸੀਂ ਬਚਾ ਲੈਂਦੇ ਹੋ। ਕਿਸ ਨੂੰ? ਇੱਕ ਵਾਰ ਜਿਹਨੇ ਤੁਮੇ ਸੰਭਾਰਾ, ਜਿਹਨੇ ਇੱਕ ਵਾਰ ਵੀ ਤੁਹਾਨੂੰ ਯਾਦ ਕੀਤਾ। ਜਿਨ ਨਰ ਨਾਮ ਤਿਹਾਰੋ ਕਹਾ, ਜਿਸ ਨੇ ਵੀ ਤੇਰਾ ਨਾਮ ਜਪਿਆ, ਦਾਰਦ ਦੁਸ਼ਟ ਦੋਖ ਤੇ ਰਹਾ। ਦਾਰਦ ਹੁੰਦੀ ਗਰੀਬੀ, ਪੂਰਾ ਸ਼ਬਦ ਹੈ ਦਰਿਦਰ। ਦਰਿਦਰ ਤੋਂ ਛੋਟਾ ਬਣੇ ਦਾਰਦ। ਦਾਰਦ ਮੈਨੇ ਗਰੀਬੀ, ਦੁਸ਼ਟ ਮੈਨੇ ਵੈਰੀ, ਦੋਖ ਮੈਨੇ ਪਾਪ, ਰਹਾ ਮੈਨੇ ਬਚ ਗਿਆ। ਉਹ ਗਰੀਬੀ ਤੋਂ, ਵੈਰੀਆਂ ਤੋਂ, ਪਾਪਾਂ ਤੋਂ ਬਚ ਜਾਂਦਾ ਹੈ। ਕੌਣ? ਜਿਹਨੇ ਤੇਰਾ ਨਾਮ ਜਪਿਆ। ਜਿਨ ਨਰ ਨਾਮ ਤਿਹਾਰੋ ਕਹਾ, ਜਿਸ ਵਿਅਕਤੀ ਨੇ ਵੀ ਤੇਰਾ ਨਾਮ ਲਿਆ, ਉਹ ਗਰੀਬੀ ਤੋਂ, ਵੈਰੀਆਂ ਤੋਂ, ਪਾਪਾਂ ਤੋਂ ਬਚ ਗਿਆ। ਨਾਮ ਦੇ ਵਿੱਚ ਦੱਸੋ ਇੰਨੀ ਸ਼ਕਤੀ ਹੈ। ਫਿਰ ਵੀ ਲੋਕਾਂ ਨੂੰ ਸਮਝ ਨਹੀਂ ਆਉਂਦੀ ਹੈਗੀ, ਇਹ ਫਿਰ ਵੀ ਨਾਮ ਨਹੀਂ ਜਪਦੇ, ਇਹ ਫਿਰ ਵੀ ਨਾਮ ਨਹੀਂ ਜਪਦੇ ਹੈਗੇ। ਨਾਮ ਦੇ ਕਿੰਨੇ ਲਾਭ ਨੇ। ਧੱਕੇ ਥੋੜ੍ਹੇ ਜਿਹੇ ਮਨੁੱਖ ਖਾਈ ਜਾਂਦਾ ਹੈ, ਨਾਮ ਨਹੀਂ ਜਪਦਾ। ਵੀ ਤੂੰ ਨਾਮ ਜਪ ਲੈ, ਆਪਣਾ ਮੌਜ ਕਰ ਜ਼ਿੰਦਗੀ 'ਚ, ਕਿਉਂ ਧੱਕੇ ਥੋੜ੍ਹੇ ਜਿਹੇ ਖਾਈ ਜਾਂਦਾ। ਨਾਮ ਜਪੇਗਾ ਤੇਰੀ ਕਿਸਮਤ ਬਦਲ ਜਾਏਗੀ, ਤੇਰੀ ਬੈਡ ਲੱਕ ਗੁੱਡ ਲੱਕ 'ਚ ਬਦਲ ਜਾਏਗੀ। ਨਹੀਂ, ਅਸੀਂ ਉਂਝ ਦੇ ਚਾਹੁੰਦੇ ਸਾਡੀ ਕਿਸਮਤ ਚੰਗੀ ਹੋ ਜਾਏ, ਪਰ ਜੇ ਸਾਨੂੰ ਕਹਿੰਦਾ ਇਸ ਤਰ੍ਹਾਂ ਚੰਗੀ ਹੋਵੇ, ਉਸ ਤਰ੍ਹਾਂ ਅਸੀਂ ਕਰਨ ਨੂੰ ਤਿਆਰ ਨਹੀਂ ਹੈਗੇ। ਸਮੱਸਿਆ ਤਾਂ ਆਹ ਹੈ। ਹੁਣ ਡਾਕਟਰ ਕਹਿੰਦੇ ਦਵਾਈ 3 ਵਾਰੀ ਲੈਣੀ ਹੈ, ਮਰੀਜ਼ ਇੱਕੋ ਵਾਰੀ ਲੈਂਦਾ, ਅਤੇ ਫਿਰ ਡਾਕਟਰ ਕੋਲ ਮੈਂ ਠੀਕ ਨਹੀਂ ਹੋਇਆ ਜੀ, ਠੀਕ ਨਹੀਂ ਹੋਇਆ। ਇੱਕ ਆ ਗਿਆ ਜੀ, ਮੈਂ ਚਲੀਹਾ ਕੀਤਾ ਜੀ, ਮੇਰਾ ਕੰਮ ਨਹੀਂ ਹੋਇਆ। ਅੱਛਾ, ਮੈਂ ਕਿੰਨੀ ਦੇਰ ਦਾ ਦਿੱਤਾ ਸੀ ਜੀ? ਕਿ 1.25 ਘੰਟਾ ਰੋਜ਼ ਦਾ ਜੀ। ਮੈਂ ਕਿੰਨੀ ਦੇਰ ਕਰਦਾ ਸੀ? ਕਹਿੰਦੀ 10-15 ਮਿੰਟ ਕਰਦਾ ਸੀ। ਮੈਂ ਦੱਸ ਲੈ, ਤੈਨੂੰ 1.25 ਘੰਟੇ ਦਾ ਪਾੜ ਦਿੱਤਾ, ਤੂੰ 10-15 ਮਿੰਟ ਕਰਦਾ। ਦਿਨਾਂ ਨੂੰ ਮੈਂ ਕੀ ਕਰਾਂ? 40 ਦਿਨਾਂ ਨੂੰ ਮੈਂ ਕੀ ਕਰਾਂ? ਜਿੰਨਾ ਤੈਨੂੰ ਪਾੜ ਦੇ ਉਹਨਾਂ ਤੂੰ ਕੀਤਾ ਨਹੀਂ, ਫਿਰ ਕੰਮ ਤੇਰਾ ਕੀ ਹੋਏਗਾ? ਸਿਆਣੇ ਕਿ ਜਿੰਨਾ ਗੁੜ ਪਾਈਏ ਓਨਾ ਹੀ ਮਿੱਠਾ ਹੁੰਦਾ। ਕਹਾਵਤ ਹੈ ਨਾ, ਜਿੰਨਾ ਗੁੜ ਪਾਈਏ ਓਨਾ ਹੀ ਮਿੱਠਾ ਹੁੰਦਾ। ਜੇ ਮੈਂ ਇੱਕ ਪਰਿਵਾਰ ਨੂੰ ਕਿਹਾ, ਤੁਸੀਂ ਰੋਜ਼ 1 ਘੰਟਾ ਗੁਰਦੁਆਰੇ ਸੇਵਾ ਕਰੋ ਜਾ ਕੇ ਦੂਖਨਿਵਾਰਨ ਸਾਹਿਬ, 40 ਦਿਨ ਤੁਹਾਡਾ ਕੰਮ ਹੋ ਜਾਏਗਾ। ਉਹਨਾਂ ਸੋਚਿਆ ਵੀ 40 ਘੰਟੇ ਹੈ ਨਾ ਟੋਟਲ, ਰੋਜ਼ ਦਾ 1 ਘੰਟਾ 40 ਘੰਟੇ। ਉਹ ਮੀਆਂ ਬੀਬੀ ਦੋਨੋਂ ਜਾਣ ਲੱਗ ਪਏ, ਦੋਨੋਂ ਜਾਣ ਲੱਗ ਪਏ। 4-4 ਘੰਟੇ ਸੇਵਾ ਲੱਗ ਕੇ ਕਰਨ। ਇੱਕ ਦਿਨ 'ਚ 8 ਘੰਟੇ ਹੋ ਗਏ, 5 ਦਿਨਾਂ 'ਚ 40 ਘੰਟੇ ਹੋ ਗਏ, 6ਵੇਂ ਦਿਨ ਉਹਨਾਂ ਦਾ ਕੰਮ ਹੋ ਗਿਆ। ਮੇਰੇ ਕੋਲ ਆ ਕੇ, ਬਾਬਾ ਜੀ ਤੁਹਾਡਾ ਬੜਾ ਧੰਨਵਾਦ, ਸਾਡਾ ਕੰਮ ਹੋ ਗਿਆ। ਮੈਂ ਬੜੀ ਛੇਤੀ ਹੋ ਗਿਆ। ਕਹਿ ਜੇ ਹੋਇਆ ਤਾਂ 40 ਘੰਟਿਆਂ ਬਾਅਦ ਹੀ ਹੈ।
ਅਸੀਂ ਸੋਚਿਆ ਵੀ 40 ਦਿਨ ਕਿਹੜਾ ਲਾਊਗਾ, 40 ਘੰਟੇ ਹੀ ਹੈ ਨਾ ਪਾਠ। ਅਸੀਂ ਕਹਿੰਦੇ ਜੇ ਰੋਜ਼ ਸੇਵਾ, ਅਸੀਂ ਰੋਜ਼ 4-4 ਘੰਟੇ ਜਾ ਕੇ ਸੇਵਾ ਕਰਨੀ ਸ਼ੁਰੂ ਕਰ, 8 ਘੰਟੇ ਰੋਜ਼ ਦਿਓਗੇ, 5 ਦਿਨਾਂ 40 ਘੰਟੇ ਹੋ ਗਏ, 6ਵੇਂ ਦਿਨ ਸਾਡਾ ਕੰਮ ਹੋ ਗਿਆ। ਇਹਨੂੰ ਕਹਿੰਦੇ ਜਿੰਨਾ ਗੁੜ ਪਾਈਏ ਉਨਾ ਮਿੱਠਾ ਹੁੰਦਾ। ਅਸੀਂ ਗੁੜ ਘੱਟ ਪਾਉਂਦੇ ਹਾਂ, ਮਿੱਠਾ ਜ਼ਿਆਦਾ ਭਾਲਦੇ ਹਾਂ। ਇਸ ਤਰ੍ਹਾਂ ਨਹੀਂ ਹੋਇਆ ਕਰਦਾ, ਫਿਰ ਤਾਂ ਕਹਾਵਤਾਂ ਹੀ ਨਾ ਬਣਨ। ਕਹਾਵਤ ਇੱਕ ਸੱਚਾਈ ਹੁੰਦੀ ਹੈ। ਕਹਾਵਤ ਜਿਹੜੀ ਹੈ, ਇਹਨੂੰ ਪੰਜਾਬੀ ਕਹਿੰਦੇ ਅਖਾਣ। ਕਹਾਵਤ ਹੈ, ਇਹ ਸੱਚਾਈ ਹੁੰਦੀ ਇੱਕ। ਔਰ ਸਾਰੀਆਂ ਜ਼ੁਬਾਨਾਂ 'ਚ ਕਹਾਵਤਾਂ ਹੁੰਦੀਆਂ। ਟਰੂਥ ਇਜ਼ ਐਵਰ ਗ੍ਰੀਨ, ਦੇਖੋ ਵੀ ਇੱਕ ਕਹਾਵਤ ਹੈ। ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ, ਇਹ ਵੀ ਇੱਕ ਕਹਾਵਤ ਹੈ। ਜੈਸਾ ਬੀਜੈ ਸੋ ਲੁਣੇ, ਕਰਮਾ ਸੰਦਰਾ ਖੇਤ, ਇਹ ਵੀ ਕਹਾਵਤ ਹੈ। ਕਹਾਵਤਾਂ ਨੂੰ ਬਾਣੀ ਦਾ ਰੂਪ ਧਾਰਨ ਕੀਤਾ ਹੋਇਆ ਉਹਨਾਂ ਨੇ। ਸੋ ਬਾਣੀ ਦੇ ਬਹੁਤ ਸਾਰੇ ਸ਼ਬਦ ਐਸੇ ਨੇ ਜਿਹੜੇ ਕਹਾਵਤਾਂ ਬਣ ਗਏ ਹਨ। ਸੋ ਜਿਹੜਾ ਪਰਮਾਤਮਾ ਦਾ ਕਹਿੰਦੇ ਨਾਮ ਇੱਕ ਵਾਰ ਵੀ ਲੈਂਦਾ, ਇੱਕ ਵਾਰ, ਜਿਹਨੇ ਇੱਕ ਵਾਰ ਵੀ ਹੈ ਪਰਮਾਤਮਾ ਤੈਨੂੰ ਯਾਦ ਕੀਤਾ, ਕਾਲ ਦੀ ਫਾਹੀ ਤੋਂ ਤੂੰ ਉਸ ਨੂੰ ਬਚਾ ਲਿਆ। ਜਿਹਨੇ ਇੱਕ ਵਾਰੀ ਤੇਰਾ ਨਾਮ ਜਪਿਆ, ਉਹ ਗਰੀਬੀ ਤੋਂ, ਵੈਰੀਆਂ ਤੋਂ, ਪਾਪਾਂ ਤੋਂ ਬਚ ਗਿਆ, ਕਿ ਕਈ ਗੱਲਾਂ ਤੋਂ ਬਚਾਅ ਹੋ ਗਿਆ ਹੈ। ਸੋ ਪਰਮਾਤਮਾ ਦਾ ਨਾਮ ਸਾਨੂੰ ਬਹੁਤ ਕੁਝ ਤੋਂ ਬਚਾ ਕੇ ਰੱਖਦਾ ਹੈ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ, ਸਰਬ ਠੌਰ ਮੋ ਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਖੜਗ ਕੇਤ ਪਰਮਾਤਮਾ ਨੂੰ ਕਹਿੰਦੇ, ਹੇ ਪਰਮਾਤਮਾ ਮੈਂ ਸ਼ਰਨ ਤਿਹਾਰੀ, ਮੈਂ ਤੁਹਾਡੀ ਸ਼ਰਨ 'ਚ ਆਇਆ। ਹੇ ਪਰਮਾਤਮਾ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਆਪ ਹਾਥ ਦੈ ਲਿਹੋ ਬਚਾਏ, ਉਬਾਰੀ, ਆਪਣਾ ਹੱਥ ਦੇ ਕੇ ਮੈਨੂੰ ਬਚਾ ਲਵੋ। ਸ਼ਰਨ 'ਚ ਆਉਣ ਦਾ ਮਤਲਬ ਕੋਈ ਖਤਰਾ ਹੈ, ਕੋਈ ਖਤਰਾ ਤਾਂ ਹੀ ਬੰਦਾ ਕਿਸੇ ਦੀ ਸ਼ਰਨ 'ਚ ਜਾਂਦਾ ਨਾ। ਮੰਨ ਲਓ ਕਿਸੇ ਦੇ ਬੰਦੇ ਮਗਰ ਦੁਸ਼ਮਣ ਲੱਗੇ ਹੋਏ ਨੇ, ਗਲੀ 'ਚ ਭੱਜਿਆ ਜਾ ਰਿਹਾ, ਕੋਈ ਦੇਖਦਾ ਦਰਵਾਜ਼ਾ ਖੁੱਲ੍ਹਾ, ਉਹ ਦਰਵਾਜ਼ਾ ਖੁੱਲ੍ਹਾ, ਫਟਾਫਟ ਉੱਧਰ ਅੰਦਰ ਵੜ ਜਾਂਦਾ, ਅੰਦਰ ਕੁੰਡਾ ਲਾ ਲੈਂਦਾ, ਅਤੇ ਉਹਨਾਂ ਨੂੰ ਕਹਿੰਦਾ ਮੈਨੂੰ ਬਚਾਓ ਜੀ ਇਹਨਾਂ ਦੁਸ਼ਮਣਾਂ ਤੋਂ। ਸ਼ਰਨ ਲੈਂਦਾ ਬੰਦਾ ਜਿੱਥੇ ਖਤਰਾ ਹੁੰਦਾ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਹੇ ਪਰਮਾਤਮਾ ਮੈਂ ਤੇਰੀ ਸ਼ਰਨ 'ਚ ਆਇਆ। ਆਪ ਹਾਥ ਦੈ ਲਿਹੋ ਉਬਾਰੀ, ਤੁਸੀਂ ਆਪਣਾ ਹੱਥ ਦੇ ਕੇ ਮੈਨੂੰ ਬਚਾ ਲਓ। ਲਿਹੋ ਉਬਾਰੀ, ਬਚਾ ਲਓ। ਲਿਹੋ ਮੈਨੇ ਲਓ, ਉਬਾਰੀ ਮੈਨੂੰ ਬਚਾ, ਆਪਣਾ ਹੱਥ ਦੇ ਕੇ ਮੈਨੂੰ ਬਚਾ ਲਵੋ। ਸਰਬ ਠੌਰ ਮੋਹ ਹੋ ਸਹਾਈ, ਠੌਰ ਹੁੰਦੀਆਂ ਥਾਵਾਂ, ਮੋਹ ਮੈਨੇ ਮੇਰੇ, ਹੋ ਮੈਨੇ ਹੋਵੋ, ਸਹਾਈ ਮੈਨੇ ਸਹਾਇਤਾ ਕਰਨ ਵਾਲੇ ਹੈ। ਸਾਰੀਆਂ ਥਾਵਾਂ 'ਤੇ ਮੇਰੀ ਸਹਾਇਤਾ ਕਰਨ ਵਾਲੇ ਹੋਵੋ, ਭਾਵ ਸਾਰੀਆਂ ਥਾਵਾਂ 'ਤੇ ਮੇਰੀ ਸਹਾਇਤਾ ਕਰੋ, ਕਿਉਂਕਿ ਮੈਂ ਤੁਹਾਡੀ ਸ਼ਰਨ 'ਚ ਆ ਗਿਆ ਹਾਂ। ਮੈਂ ਤੁਹਾਡੀ ਸ਼ਰਨ 'ਚ ਆ ਗਿਆ ਹਾਂ। ਆਪਣਾ ਹੱਥ ਦੇ ਕੇ ਮੈਨੂੰ ਬਚਾ ਲਓ ਅਤੇ ਸਾਰੀਆਂ ਥਾਵਾਂ 'ਤੇ ਮੇਰੀ ਰੱਖਿਆ ਕਰੋ। ਦੁਸ਼ਟ ਦੋਖ 'ਤੇ ਲਿਹੋ ਬਚਾਈ, ਦੁਸ਼ਟਾਂ ਤੋਂ, ਵੈਰੀਆਂ ਤੋਂ, ਪਾਪਾਂ ਤੋਂ ਮੇਰਾ ਬਚਾਅ ਕਰੋ। ਦੁਸ਼ਟ ਲੋਕ ਜਿਹਨੇ ਭੈੜੇ ਲੋਕ ਨੇ, ਭੈੜੇ ਲੋਕਾਂ ਤੋਂ, ਪਾਪਾਂ ਤੋਂ ਲਿਹੋ ਬਚਾਈ, ਮੈਨੂੰ ਬਚਾ ਲਓ। ਭੈੜੇ ਲੋਕਾਂ ਤੋਂ, ਵੈਰੀਆਂ ਤੋਂ, ਪਾਪਾਂ ਤੋਂ ਮੇਰਾ ਬਚਾਅ ਕਰੋ। ਸ਼੍ਰੋਮਣੀ ਕਮੇਟੀ ਜਿਹੜਾ ਗੁਟਕਾ ਸਾਹਿਬ ਹੈ, ਉਹਦਾ ਇਹ ਜਿਹੜੀਆਂ ਨੇ ਇਹ 25 ਪੌੜੀਆਂ ਨੇ। 4-5 ਸਾਲਾਂ ਦੀ ਗੱਲ ਹੈ। ਮੈਂ ਸਵੇਰੇ 8 ਵਜੇ ਸਵੇਰ ਦੀ ਰੋਟੀ ਖਾ ਰਿਹਾ ਹਾਂ, ਜਿਹਨੂੰ ਨਾਸ਼ਤਾ ਕਹਿੰਦੇ ਨੇ। ਪਾਕਿਸਤਾਨ ਨੂੰ ਕਹਿੰਦੇ ਚਾਹ ਵੇਲਾ, ਚਾਹ ਲੱਸੀ ਨੂੰ ਕਹਿੰਦੇ। ਉਦੋਂ ਲੱਸੀ ਨਾਲ ਰੋਟੀ ਖਾਇਆ ਕਰਦੇ ਸੀ। ਤੰਦੂਰ ਦੇ ਮਿੱਸੇ ਪ੍ਰਸ਼ਾਦੇ ਹੋਣੇ, ਤੰਦੂਰ ਦੀਆਂ ਰੋਟੀਆਂ ਹੋਣੀਆਂ, ਨਾਲ ਅੰਬ ਦਾ ਅਚਾਰ ਹੋਣਾ, ਨਾਲ ਲੱਸੀ ਹੋਣੀ, ਦਹੀਂ ਹੋਣਾ, ਮੱਖਣ ਹੋਣਾ। ਇਹਦੇ ਨਾਲ ਸਵੇਰ ਦੀ ਰੋਟੀ ਖਾਧੀ ਜਾਏ। ਕਦੇ ਉਹਨੂੰ ਕਹਿੰਦੇ ਸੀ ਚਾਹ ਵੇਲਾ। ਚਾਹ ਕਿਹਨੂੰ ਕਹਿੰਦੇ ਨੇ? ਲੱਸੀ ਨੂੰ।
ਹਿੰਦੀ ਵਾਲੇ ਉਸਨੂੰ ਕਹਿੰਦੇ ਛਾਛ, ਹਿੰਦੀ ਵਾਲੇ ਕਹਿੰਦੇ ਨੇ ਛਾਛ, ਪੰਜਾਬੀ ਵਾਲੇ ਕਹਿੰਦੇ ਨੇ ਚਾਹ ਵੇਲਾ, ਜਿਹਨੂੰ ਇੰਗਲਿਸ਼ ਕਹਿੰਦੇ ਬ੍ਰੈਕਫਾਸਟ, ਜਿਹਨੂੰ ਹਿੰਦੀ ਵਾਲੇ ਕਹਿੰਦੇ ਨਾਸ਼ਤਾ, ਸਵੇਰ ਦਾ ਭੋਜਨ। ਖਾ ਰਿਹਾ ਅਤੇ ਮੈਨੂੰ ਟੈਲੀਫੋਨ ਆਇਆ ਹੈ ਰਣਜੀਤ ਨਗਰ ਤੋਂ ਇੱਕ ਪਰਿਵਾਰ ਦਾ, ਵੀ ਬਾਬਾ ਜੀ ਅਸਲ ਕੀ ਕਰ ਰਹੇ? ਮੈਂ ਭੋਜਨ ਛਕ ਰਿਹਾ। ਕਹਿੰਦੇ ਜੀ ਸਾਨੂੰ ਬਹੁਤ ਜ਼ਰੂਰੀ ਕੰਮ ਹੈ ਤੁਹਾਡੇ ਨਾਲ, ਅਸੀਂ ਤੁਹਾਨੂੰ ਲੈ ਕੇ ਜਾਣਾ ਘਰ, ਮੈਂ ਆ ਜਾਓ, ਤੁਹਾਡੇ ਆਉਣ ਤੱਕ ਮੈਂ ਰੋਟੀ ਖਾ ਲਾਂਗਾ, ਚੱਲਦੇ। ਆ ਗਏ। ਮੈਂ ਕੀ ਹੋ ਗਿਆ? ਕਹਿੰਦੇ ਜੀ ਸਾਡੀ ਜਿਹੜੀ ਲੜਕੀ ਹੈ ਉਹਦੇ ਵਿੱਚ ਕੋਈ ਪੀਰ ਬੋਲਦਾ ਹੈ, ਜਦੋਂ ਬੋਲਦਾ ਹੈ ਤਾਂ ਲੜਕੀ ਜਿਹੜੀ ਉਰਦੂ ਬੋਲਣ ਲੱਗ ਜਾਂਦੀ ਹੈ। ਮੈਂ ਚਲੋ ਚੱਲਦੇ ਹਾਂ, ਦੇਖਦੇ ਹਾਂ। ਮੈਂ ਗਿਆ, ਮੈਂ ਪੀਰ ਜੀ ਹਾਂ ਤੁਸੀਂ ਸੱਦਿਆ? ਕਿਵੇਂ ਸੱਦਿਆ ਮੈਨੂੰ? ਕਹਿੰਦੇ ਬੈਠੋ ਤੁਸੀਂ। ਮੈਂ ਬੈਠ ਗਿਆ। ਕਹਿੰਦੇ ਮੈਨੂੰ ਨਾ ਚੌਪਈ ਸਾਹਿਬ ਦਾ ਪਾਠ ਸੁਣਾਓ, ਆ 25 ਪੌੜੀ ਜਿੱਥੋਂ ਤੱਕ ਆਪਾਂ ਨੂੰ ਅਰਥ ਕੀਤੇ ਨੇ, ਇੱਥੋਂ ਤੱਕ ਹੀ ਮੈਨੂੰ ਆਉਂਦਾ ਸੀ, ਕਿਉਂਕਿ ਇੱਥੋਂ ਤੱਕ ਹੀ ਗੁਟਕੇ ਛਪਿਆ ਹੋਇਆ ਹੈ। ਮੈਂ ਇਹਨਾਂ ਸੁਣਾਤਾ। ਮੈਨੂੰ ਕਹਿੰਦੇ ਨਾ ਜੀ ਤੁਸੀਂ ਤਾਂ ਚੌਪਈ ਸਾਹਿਬ ਦਾ ਪਾਠ ਪੂਰਾ ਨਹੀਂ ਸੁਣਾਇਆ। ਮੈਂ ਜੀ ਹੋਰ ਕਿੱਥੋਂ ਤੱਕ ਹੈਗਾ? ਵੀ ਗੁਟਕੇ ਤਾਂ ਇੱਥੋਂ ਤੱਕ ਹੀ ਹੈ। ਕਹਿੰਦੇ ਨਹੀਂ। ਕਹਿੰਦੇ ਜਪਜੀ ਸਾਹਿਬ ਦਾ ਪਾਠ ਕਰਦੇ ਹੋ? ਮੈਂ ਹਾਂਜੀ। ਜੇ ਕੋਈ ਬੰਦਾ ਸ਼ਲੋਕ ਨਾ ਪੜ੍ਹੇ ਤਾਂ ਕੀ ਫਿਰ ਜਪਜੀ ਸਾਹਿਬ ਦਾ ਪਾਠ ਪੂਰਾ ਹੋ ਜਾਏਗਾ? ਮੈਂ ਨਹੀਂ ਜੀ, ਸ਼ਲੋਕ ਪੜ੍ਹਨ ਤੋਂ ਬਾਅਦ ਹੀ ਉਹ ਮੁੱਕੇਗਾ ਨਾ ਪਾਠ ਸਾਰਾ। ਹਾਂ। ਕਹਿੰਦੇ ਇਸੇ ਤਰ੍ਹਾਂ ਜੇ ਚੌਪਈ ਸਾਹਿਬ ਹੈ ਨਾ, ਇਹ ਅੜਿੱਲ ਤੱਕ ਹੈ, ਇਹ ਕਿੱਥੋਂ ਤੱਕ ਹੈ? ਤੁਸੀਂ 25 ਸੁਣਾਈਆਂ, 2 ਹੋਰ ਪੌੜੀਆਂ ਨੇ, 27 ਅਤੇ 28ਵੀਂ ਪੌੜੀ ਅੜਿੱਲ ਦੀ ਹੈ। ਮੈਂ ਕਿਹਾ ਜੀ ਉਦੋਂ ਅੱਗੇ ਵੀ ਕਈ ਗੁਟਕਿਆਂ 'ਚ ਲਿਖਿਆ ਹੋਇਆ ਹੈ। ਨਹੀਂ, ਕਹਿੰਦੇ ਅੱਗੇ ਤਾਂ ਸਿਰਫ ਇਹ ਲਿਖਿਆ ਵੀ ਇਹ ਜਿਹੜਾ ਗ੍ਰੰਥ ਹੈ ਇਹ ਫਲਾਣੇ ਸੰਨ 'ਚ ਪੂਰਾ ਕੀਤਾ ਗਿਆ ਹੈ, ਉਹਦੇ ਨੋਟ ਹੈ, ਉਹ ਬਾਣੀ ਨਹੀਂ ਹੈ। ਉਹ 'ਤੇ ਨੋਟ ਦਿੱਤਾ ਹੈ ਵੀ ਸਤਲੁਜ ਦਰਿਆ ਦੇ ਕੰਢੇ 'ਤੇ ਫਲਾਣੇ ਸੰਨ ਦੇ ਵਿੱਚ ਇਹ ਜਿਹੜਾ ਗ੍ਰੰਥ ਪੂਰਾ ਕੀਤਾ ਗਿਆ ਹੈ। ਮੈਂ ਕਿਹਾ ਤੁਹਾਨੂੰ ਕਿਵੇਂ ਪਤਾ ਹੈ? ਵੀ ਤੁਸੀਂ ਤਾਂ ਮੁਸਲਮਾਨ ਫਕੀਰ ਹੋ, ਤੁਹਾਨੂੰ ਕਿਵੇਂ ਪਤਾ ਹੈ? ਕਹਿੰਦੇ ਮੈਂ ਨਾ ਅੱਜ ਦਾ ਨਹੀਂ ਹੈਗਾ, ਮੇਰੀ ਉਮਰ ਹੋ ਗਈ 400 ਸਾਲ। ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੀ ਜਾਣਦਾ, ਮੈਂ ਸ਼ਿਵਾਜੀ ਮਰਾਠਾ ਨੂੰ ਵੀ ਜਾਣਦਾ, ਮੈਂ ਮਹਾਰਾਸ਼ਟਰ ਦਾ ਰਹਿਣ ਵਾਲਾ ਹਾਂ। ਕਹਿੰਦੇ 2 ਪ੍ਰਕਾਰ ਦੇ ਮੁਸਲਮਾਨ ਹੁੰਦੇ ਨੇ, ਇੱਕ ਸੁੰਨੀ ਹੁੰਦੇ ਨੇ, ਇੱਕ ਸ਼ੀਆ ਹੁੰਦੇ ਨੇ। ਮੈਂ ਕਹਿੰਦਾ ਸੁੰਨੀ ਮੁਸਲਮਾਨ ਹਾਂ। ਅੱਛਾ। ਕਹਿੰਦੇ ਇਸ ਲਈ ਤੁਸੀਂ ਨਾ ਅੜਿੱਲ ਤੱਕ ਪਾਠ ਕਰਿਆ ਕਰੋ। ਮੈਂ ਚਲੋ ਜੀ। ਮੈਂ ਤੁਸੀਂ ਫਿਰ ਉਹਨਾਂ ਨੂੰ ਕਿਵੇਂ ਜਾਣਦੇ ਹੋ? ਕਹਿੰਦੇ ਦੋਨੋਂ ਜਿਹੜੇ ਸਨ ਇਹ ਜਿਹੜਾ ਜ਼ੁਲਮ ਦੇ ਵਿਰੁੱਧ ਸਨ। ਔਰੰਗਜ਼ੇਬ ਜ਼ੁਲਮ ਕਰਦਾ ਸੀ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਸ਼ਿਵਾਜੀ ਦੋਨੋਂ ਜ਼ੁਲਮ ਦੇ ਵਿਰੋਧੀ ਸਨ। ਇਸ ਲਈ ਮੈਨੂੰ ਪਿਆਰੇ ਲੱਗਦੇ ਸੀ, ਇਸ ਲਈ ਮੈਂ ਆਉਂਦਾ ਜਾਂਦਾ ਰਹਿੰਦਾ ਸੀ ਇਹਨਾਂ ਕੋਲ। ਇਸ ਲਈ ਮੈਨੂੰ ਗਿਆਨ ਸੀ ਵੀ ਜਿਹੜੀ ਹੈ ਚੌਪਈ ਸਾਹਿਬ ਦਾ ਪਾਠ ਅੜਿੱਲ ਤੱਕ ਹੈ। ਕਹਿੰਦੇ ਤੁਸੀਂ ਅੜਿੱਲ ਤੱਕ ਪਾਠ ਕਰਿਆ ਕਰੋ। ਚਲੋ ਮੈਂ ਇਹ ਤੁਹਾਨੂੰ ਤਾਂ ਨਹੀਂ ਕਹਿੰਦਾ ਤੁਸੀਂ ਜ਼ਰੂਰ ਉੱਥੋਂ ਤੱਕ ਕਰੋ, ਪਰ ਮੈਂ ਤੁਹਾਨੂੰ ਘਟਨਾ ਸੁਣਾਈ, ਉਸ ਤੋਂ ਬਾਅਦ ਮੈਂ ਤਾਂ ਅੜਿੱਲ ਤੱਕ ਹੀ ਪਾਠ ਕਰਦਾ ਹਾਂ। ਬਾਕੀ ਤੁਹਾਡੀ ਮਰਜ਼ੀ ਹੈ, 25 ਪੌੜੀਆਂ ਤੱਕ ਕਰੋ ਚਾਹੇ ਅੜਿੱਲ ਤੱਕ ਕਰੋ। ਫਿਰ ਬਹੁਤ ਕੁਛ ਉਹਦੇ ਨਾਲ ਮੇਰਾ ਵਿਚਾਰ ਵਟਾਂਦਰਾ ਹੋਇਆ। 6 ਮਹੀਨੇ ਤੱਕ ਸਾਡਾ ਵਾਹ ਉਹਦੇ ਨਾਲ ਰਿਹਾ। ਫਿਰ ਹੌਲੀ ਹੌਲੀ 6 ਮਹੀਨਿਆਂ ਬਾਅਦ ਫਿਰ ਉਸ ਨੇ ਲੜਕੀ ਦਾ ਖਹਿੜਾ ਛੱਡ ਦਿੱਤਾ ਅਤੇ ਜਾਂਦਾ ਹੋਇਆ ਮੇਰਾ ਬੜਾ ਧੰਨਵਾਦ ਉਹਨੇ ਕੀਤਾ ਵੀ ਤੁਸੀਂ ਮੇਰੇ ਲਈ ਪਾਠ ਕਰਵਾਏ, ਇਸ ਲੜਕੀ ਨੇ ਮੇਰੇ ਲਈ ਪਾਠ ਕੀਤੇ, ਮੈਂ ਇਸ ਲੜਕੀ ਦਾ ਭਲਾ ਕਰਾਂਗਾ, ਮੈਂ ਇਹਨੂੰ ਯੂਨੀਵਰਸਿਟੀ ਦੇ ਵਿੱਚ ਪੜ੍ਹਾਵਾਂਗਾ, ਮੈਂ ਇਹਦਾ ਚੰਗੇ ਘਰ 'ਚ ਵਿਆਹ ਕਰਾਂਗਾ, ਮੈਂ ਇਹਨੂੰ ਸੁਖੀ ਰੱਖਾਂਗਾ। ਹਾਂਜੀ। ਫਿਰ ਮੈਨੂੰ ਵੀ ਕਹਿੰਦਾ ਔਖੇ ਵੇਲੇ ਮੈਂ ਤੁਹਾਡੀ ਸਹਾਇਤਾ ਕਰਾਂਗਾ। ਹਾਂਜੀ। ਤੁਸੀਂ ਇਸ ਗੱਲ ਦਾ ਫਿਕਰ ਨਹੀਂ ਕਰਨਾ, ਮੈਂ ਔਖੇ ਵੇਲੇ ਤੁਹਾਡੀ ਸਹਾਇਤਾ ਕਰਾਂਗਾ ਕਿ ਤੁਸੀਂ ਮੇਰੀ ਬੜੀ ਸਹਾਇਤਾ ਕੀਤੀ ਹੈ, ਤੁਸੀਂ ਮੈਨੂੰ ਮੁਕਤ ਕੀਤਾ ਹੋਇਆ ਇਸ ਜੂਨੀ ਦੇ ਵਿੱਚੋਂ, ਇਸ ਜੂਨੀ 'ਚੋਂ ਮੈਨੂੰ ਭੂਤ ਪ੍ਰੇਤ ਦੀ ਜੂਨੀ 'ਚੋਂ ਤੁਸੀਂ ਮੈਨੂੰ ਕੱਢ ਦਿੱਤਾ ਹੈ, ਮੈਂ ਤੁਹਾਡਾ ਬੜਾ ਧੰਨਵਾਦੀ ਹਾਂ। ਨਾਲੇ ਕਹਿਣ ਲੱਗਾ ਕਿ ਜਿਹੜੇ ਤੁਹਾਡੀ ਮਿਸਿਜ਼ ਹੈ
ਇਹ ਤੁਹਾਡੇ ਤੋਂ ਪਹਿਲਾਂ ਸਰੀਰ ਤਿਆਗੇਗੀ। ਕਹਿੰਦੇ ਚੰਗਾ ਹੋਏਗਾ, ਕਿਉਂਕਿ ਮਗਰੋਂ ਔਰਤ ਇਕੱਲੇ, ਹੁਣ ਤੁਸੀਂ ਦੋ ਕਹਿੰਦੇ ਜੀਓ ਸਿਰਫ। ਜੇ ਤਾਂ ਬਾਲ ਬੱਚੇ ਹੁੰਦੇ ਫਿਰ ਤਾਂ ਕੋਈ ਗੱਲ ਨਹੀਂ, ਬੱਚੇ ਪਾਲਦੇ ਰਹਿੰਦੇ ਨੇ, ਮਾਂ ਹੋਵੇ ਜਾਂ ਬਾਪ ਹੋਵੇ। ਤੁਸੀਂ ਉਹ ਦੋ ਜੀ ਹੋ, ਉਹ ਪਹਿਲਾਂ ਸਰੀਰ ਤਿਆਗੇਗੀ। ਸੰਗਤ ਕੁਛ ਉਹਦੇ ਮੂੰਹ ਨੂੰ, ਕੁਛ ਤੁਹਾਡੇ ਮੂੰਹ ਨੂੰ ਉਹਨਾਂ ਦੀ ਸੇਵਾ ਕਰੇਗੀ। ਇਸ ਲਈ ਅੱਛਾ ਹੈ ਉਹ ਪਹਿਲਾਂ ਸਰੀਰ ਤਿਆਗੇਗੀ। ਉਹੀ ਗੱਲ ਹੋਈ, ਉਹ ਫਿਰ ਜਿਹੜਾ ਹੈ ਅੱਜ ਤੋਂ 3 ਸਾਲ ਪਹਿਲਾਂ ਸਰੀਰ ਤਿਆਗ ਗਏ ਸਨ। ਸੋ ਜਿਹੜਾ ਉਹਨਾਂ ਨੇ ਅੱਗੇ ਤੱਕ ਕਿਹਾ ਉਹ ਵੀ ਮੈਂ ਅਰਥ ਕਰ ਦਿਆਂ, ਉਹ ਤੁਹਾਡੀ ਆਪਣੀ ਮਰਜ਼ੀ ਹੈ। ਉੱਥੋਂ ਤੱਕ ਪਾਠ ਕਰਨਾ ਜਾਂ 25 ਪੌੜੀਆਂ ਤੱਕ ਕਰਨਾ, ਇਹ ਤੁਹਾਡੀ ਆਪਣੀ ਮਰਜ਼ੀ ਹੈ। ਮੈਂ ਕਿਸੇ ਨੂੰ ਕੰਪੈਲ ਨਹੀਂ ਕਰਦਾ। 26ਵੀਂ ਪੌੜੀ ਹੈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸ਼ੁਭ ਰਾਤਾ, ਕਿਰਵਿਕ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਨ ਕੋ ਛੈ ਕਰਤਾ। ਕਿਰਪਾ ਕਰੀ ਹਮ ਪਰ ਜਗ ਮਾਤਾ। ਜਗ ਮਾਤਾ ਪਰਮਾਤਮਾ ਸਾਰੇ ਸੰਸਾਰ ਦੀ ਮਾਂ ਹੈ। ਪਰਮਾਤਮਾ ਸਭ ਦੀ ਮਾਂ ਹੈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਪੋ ਕਿਹਾ ਕੜਾ ਜੀਓ। ਗੁਰੂ ਮਹਾਰਾਜ ਜੀ ਪਰਮਾਤਮਾ ਨੂੰ ਮਾਤਾ ਹੀ ਕਹਿ ਰਹੇ ਨੇ। ਤੂੰ ਮੇਰਾ ਮਾਤਾ, ਇਹ ਨਹੀਂ ਕਿਹਾ ਤੂੰ ਮੇਰੀ ਮਾਤਾ। ਧਿਆਨ ਦੇਣਾ, ਤੂੰ ਮੇਰਾ ਮਾਤਾ, ਤੂੰ ਮੇਰਾ ਪਿਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਪੋ ਕਿਹਾ ਕਾੜਾ ਜੀਓ। ਸੋ ਪਰਮਾਤਮਾ, ਜਗ ਮਾਤਾ ਤੋਂ ਭਾਵ ਹੈ ਪਰਮਾਤਮਾ। ਕਿਰਪਾ ਕਰੇ ਹਮ ਪਰ ਜਗ ਮਾਤਾ। ਪਰਮਾਤਮਾ ਨੇ ਸਾਡੇ 'ਤੇ ਕਿਰਪਾ ਕੀਤੀ। ਫਿਰ ਕੀ ਹੋਇਆ? ਗ੍ਰੰਥ ਕਰਾ ਪੂਰਨ ਸ਼ੁਭ ਰਾਤ। ਅਸੀਂ ਜਿਹੜਾ ਗ੍ਰੰਥ ਲਿਖ ਰਹੇ ਸੀ ਸ਼ੁਭ ਰਾਤ ਨੂੰ, ਕਿ ਰਾਤ ਨੂੰ ਪੂਰਾ ਕੀਤਾ ਨਾ, ਸ਼ੁਭ ਰਾਤਰੀ ਨੂੰ ਅਸੀਂ ਇਹ ਗ੍ਰੰਥ ਪੂਰਾ ਕਰ ਲਿਆ। ਕਿਲਵਿਕ ਸਕਲ ਦੇਹ ਕੋ ਹਰਤਾ। ਜਿਹੜਾ ਵੀ ਇਸ ਗ੍ਰੰਥ ਦਾ ਪਾਠ ਕਰਦਾ ਨਾ, ਇਸ ਚੌਪਈ ਸਾਹਿਬ ਜਿਹੜਾ ਪਾਠ ਕਰਦਾ, ਸਕਲ ਦੇਹ ਕੋ ਹਰਤਾ। ਕਿਲਵਿਕ, ਕਿਲਵਿਕ ਹੁੰਦਾ ਪਾਪ, ਕਿਲਵਿਕ ਸਕਲ ਸਾਰੇ ਪਾਪ, ਦੇਹ ਕੋ ਹਰਤਾ, ਹਰਤਾ ਦਾ ਦੂਰ ਕਰ ਦੇਣਾ। ਜਿਹੜਾ ਵੀ ਕਹਿੰਦੇ ਇਸ ਚੌਪਈ ਸਾਹਿਬ ਦਾ ਪਾਠ ਕਰਦਾ, ਪਰਮਾਤਮਾ ਉਹਦੇ ਸਾਰੇ ਜਿਹੜੇ ਪਾਪ ਨੇ ਇਸ ਸਰੀਰ ਦੇ ਵਿੱਚੋਂ ਖਤਮ ਕਰ ਦਿੰਦਾ ਹੈ। ਦੁਸ਼ਟ ਦੋਖੀਨ ਕੋ ਛੈ ਕਰਤਾ। ਛੈ ਕਹਿੰਦਾ ਮਾਰ ਦੇਣਾ। ਜਿਹੜੇ ਨਾਮ ਜਪਣ ਵਾਲੇ ਦੇ ਦੁਸ਼ਟ ਨੇ, ਵੈਰੀ ਨੇ, ਦੋਖੀ ਨੇ, ਉਹਨਾਂ ਨੂੰ ਪਰਮਾਤਮਾ ਮਾਰ ਦਿੰਦਾ ਹੈ। ਇਸ ਲਈ ਚੌਪਈ ਸਾਹਿਬ ਦੇ ਪਾਠ 'ਚ ਇੰਨੀ ਤਾਕਤ ਹੈ। ਚੌਪਈ ਸਾਹਿਬ ਦਾ ਪਾਠ ਕਰਿਆ ਕਰੋ, ਇਹ ਫਿਰ ਰੱਖਿਆ ਕਰਦਾ ਹੈ। ਸ਼ਰਤ ਹੈ ਕਿ ਅਸੀਂ ਠੀਕ ਹੋਈਏ। ਜੇ ਅਸੀਂ ਆਪ ਹੀ ਗਲਤ ਹਾਂ, ਫਿਰ ਉੱਥੇ ਗੁਰੂ ਮਹਾਰਾਜ ਕੀ ਕਰਨਗੇ? ਉੱਥੇ ਕੀ ਕਰਨਗੇ? ਇਸ ਲਈ ਸਾਨੂੰ ਹੁਕਮ ਹੈ ਮਹਾਂਪੁਰਖਾਂ ਦਾ ਵੀ ਕਿਸੇ ਵੀ ਗਲਤ ਬੰਦੇ ਦੀ ਅਰਦਾਸ ਨਹੀਂ ਕਰਨੀ। ਕਿਸੇ ਵੀ ਗਲਤ ਬੰਦੇ ਦੀ, ਕੋਈ ਚੋਰ ਫੜਿਆ ਗਿਆ ਉਹਦੀ ਅਰਦਾਸ ਨਹੀਂ ਕਰਨੀ ਕਿ ਬਰੀ ਹੋ ਜਾਏ। ਕੋਈ ਨਸ਼ਈ ਫੜਿਆ ਗਿਆ ਉਹਦੀ ਅਰਦਾਸ ਨਹੀਂ ਕਰਨੀ ਕਿ ਬਰੀ ਹੋ ਜਾਏ। ਕੋਈ ਕਿਸੇ ਨੇ ਕਤਲ ਕਰ ਦਿੱਤਾ ਹੈ ਉਹਦੀ ਅਰਦਾਸ ਨਹੀਂ ਕਰੀ ਕਿ ਬਰੀ ਹੋ ਜਾਏ। ਅਰਦਾਸ ਉਹਨਾਂ ਦੀ ਕਰਨੀ ਹੈ ਜਿਹੜੇ ਸਹੀ ਹੋਣ ਅਤੇ ਉਂਝ ਮੁਸੀਬਤ ਦੇ ਵਿੱਚ ਵਿਚਾਰੇ ਫਸ ਗਏ ਹੋਣ, ਉਹਨਾਂ ਦੀ ਅਰਦਾਸਾਂ ਕਰਨੀਆਂ। ਕਿਸੇ ਗਲਤ ਬੰਦੇ ਦੀ ਅਰਦਾਸ ਨਹੀਂ ਕਰਨੀ। ਸੋ ਇਸ ਜਿਹੜਾ ਪਰਮਾਤਮਾ ਹੈ, ਕਹਿੰਦੇ ਪਰਮਾਤਮਾ ਨੇ ਸਾਡੇ 'ਤੇ ਕਿਰਪਾ ਕੀਤੀ, ਅਸੀਂ ਗ੍ਰੰਥ ਪੂਰਨ ਕਰ ਲਿਆ। ਫਿਰ ਜਿਹੜਾ ਇਸ ਗ੍ਰੰਥ ਨੂੰ ਪੜ੍ਹਦਾ ਹੈ, ਕਿਲਵਿਕ ਸਕਲ ਦੇਹ ਕੋ ਹਰਤਾ। ਪਰਮਾਤਮਾ ਸਾਰੇ ਪਾਪ ਉਹਦੇ ਸਰੀਰ ਦੇ ਵਿੱਚੋਂ ਖਤਮ ਕਰ ਦਿੰਦਾ ਹੈ। ਦੁਸ਼ਟ ਦੋਖੀਨ ਕੋ ਛੈ ਕਰਤਾ। ਅਤੇ ਜਿਹੜੇ ਉਹਦੇ ਵੈਰੀ ਨੇ, ਉਹਦੇ ਦੋਖੀ ਨੇ, ਉਹਦੇ ਵਿਰੋਧੀ ਨੇ, ਉਹਨਾਂ ਨੂੰ ਨਾਸ਼ ਕਰ ਦਿੰਦਾ। ਛੈ ਕਰਤਾ, ਨਾਸ਼ ਕਰ ਦਿੰਦਾ ਹੈ। ਸ਼੍ਰੀ ਅਸਤੋਜੇ ਜਾਂ ਭੈ ਦਿਆਲਾ। ਸ਼੍ਰੀ ਅਸਤੋਜ ਪਰਮਾਤਮਾ ਨੂੰ ਕਹਿੰਦੇ ਨੇ। ਸ਼੍ਰੀ ਅਸਤੋਜੇ ਜਾਂ ਭੈ ਦਿਆਲਾ। ਪਰਮਾਤਮਾ ਜਦੋਂ ਦਿਆਲੂ ਹੋਏ, ਪੂਰਨ ਕਰਾ ਗ੍ਰੰਥ ਤਤਕਾਲਾ। ਅਸੀਂ ਇਸ ਗ੍ਰੰਥ ਨੂੰ ਤੁਰੰਤ ਪੂਰਾ ਕਰ ਲਿਆ। ਕਿਉਂ? ਪਰਮਾਤਮਾ ਨੇ ਕਿਰਪਾ ਕਰਤੀ। ਜਦੋਂ ਪਰਮਾਤਮਾ ਕਿਰਪਾ ਕਰਦਾ ਉਦੋਂ ਫਿਰ
ਬਹੁਤ ਅੰਦਰ ਜਿਹੜਾ ਹਿੰਮਤ ਪੈਦਾ ਹੁੰਦੀ ਹੈ, ਸੁਸਤੀ ਅੰਦਰੋਂ ਖਤਮ ਹੋ ਜਾਂਦੀ ਹੈ, ਬੰਦਾ ਐਕਟਿਵ ਹੋ ਜਾਂਦਾ ਹੈ, ਦਿਨ ਰਾਤ ਲੱਗਾ ਰਹਿੰਦਾ ਹੈ ਅਤੇ ਉਸ ਕੰਮ ਨੂੰ ਛੇਤੀ ਨਿਬੇੜ ਦਿੰਦਾ ਹੈ। ਕਿ ਜਦ ਪਰਮਾਤਮਾ ਨੇ ਕਿਰਪਾ ਕੀਤੀ, ਦਿਆਲੂ ਹੋਇਆ, ਪੂਰਨ ਕਰਾ ਗ੍ਰੰਥ ਤਤਕਾਲਾ, ਅਸੀਂ ਤੁਰੰਤ ਇਸ ਗ੍ਰੰਥ ਨੂੰ ਪੂਰਾ ਕਰ ਦਿੱਤਾ। ਮਨ ਬਾਂਛਤ ਫਲ ਪਾਵੈ ਸੋਈ, ਦੁਖ ਨ ਤਿਸੈ ਵਿਆਪਤ ਕੋਈ। ਜਿਹੜਾ ਵੀ ਚੌਪਈ ਦਾ ਪਾਠ ਕਰੇਗਾ, ਜੋ ਮਨ 'ਚ ਇੱਛਾ ਉਹਦੀ ਉਹ ਪੂਰੀ ਹੋ ਜਾਏਗੀ। ਮਨ ਬਾਂਛਤ, ਮਨ ਚਾਹਿਆ ਫਲ ਉਹਨੂੰ ਪ੍ਰਾਪਤ ਹੋ ਜਾਏਗਾ, ਪਰ ਜੋ ਉਹਦੀ ਇੱਛਾ ਹੈ ਉਹ ਪੂਰੀ ਹੋ ਜਾਏਗੀ। ਦੁਖ ਨ ਤਿਸੈ ਵਿਆਪਤ ਕੋਈ, ਉਹਨੂੰ ਕੋਈ ਦੁੱਖ ਨਹੀਂ ਲੱਗੇਗਾ। ਚੌਪਈ ਦੇ ਪਾਠ ਕਰਨ ਵਾਲੇ ਨੂੰ ਕੋਈ ਦੁੱਖ ਵੀ ਨਹੀਂ ਲੱਗੇਗਾ। ਅੱਗੇ ਕਹਿੰਦੇ ਅੜਿਲ, ਜਿਵੇਂ ਸ਼ਲੋਕ ਸੀ ਨਾ ਜਪਜੀ ਸਾਹਿਬ ਦੇ ਵਿੱਚ, ਇਸ ਤਰ੍ਹਾਂ ਅੜਿਲ ਹੈ। ਸੁਣੇ ਗੁੰਗ ਜੋ ਯਾਹੇ ਸੋ ਰਸ ਨਾ ਪਾਵੇ। ਜਿਹੜਾ ਗੂੰਗਾ ਬੰਦਾ ਵੀ ਇਸ ਚੌਪਈ ਦੇ ਪਾਠ ਨੂੰ ਸੁਣੇਗਾ ਨਾ, ਉਹ ਬੋਲਣ ਲੱਗ ਜਾਏਗਾ। ਕਹਿੰਦੇ ਬੋਲਣ ਲੱਗ ਜਾਏਗਾ। ਹੁਣ ਪਹਿਲੇ ਜੇ ਕਿਤੇ ਮਨ 'ਚ ਲੈ ਹੋਰ ਕੁਛ ਬੋਲਣ ਲੱਗ ਜਾਏਗਾ, ਫੇਰ ਨਹੀਂ ਬੋਲਣ ਲੱਗ ਜਾਏਗਾ, ਕਿਉਂ ਵਿਸ਼ਵਾਸ ਹੀ ਨਹੀਂ, ਵਿਸ਼ਵਾਸ ਹੀ ਨਹੀਂ। ਵਿੱਚ ਚੌਪਈ ਦੇ ਪਾਠ ਨਾਲ ਗੂੰਗਾ ਕਿਵੇਂ ਬੋਲਣ ਲੱਗ ਜਾਏਗਾ ਜੀ? ਜੇ ਡਾਊਟ ਹੈ ਫਿਰ ਨਹੀਂ ਗੱਲ ਬਣੇਗੀ। ਦੇਖੋ, ਗੁਰੂ ਦੀ ਗੱਲ 'ਤੇ ਸ਼ੰਕਾ ਕਰਨਾ, ਇਹਦੇ ਵਿੱਚ ਗੁਰੂ 'ਤੇ ਸ਼ੰਕਾ ਕਰਨਾ, ਗੁਰੂ 'ਤੇ ਸ਼ੰਕਾ ਕਰਨਾ। ਉਹ ਸਿੱਖ ਹੀ ਕਾਹਦਾ ਜਿਹੜਾ ਗੁਰੂ 'ਤੇ ਸ਼ੰਕਾ ਕਰੇ? ਉਹ ਸਿੱਖ ਹੀ ਕਾਹਦਾ ਜਿਹੜਾ ਕਿਸੇ ਗੁਰੂ ਦੀ ਗੱਲ 'ਤੇ ਸ਼ੰਕਾ ਕਰਦਾ ਹੈ? ਸਿੱਖ ਨੇ ਗੁਰੂ ਦੀ ਗੱਲ 'ਤੇ ਸ਼ੰਕਾ ਨਹੀਂ ਕਰਨੀ, ਉਹ ਸਿੱਖ ਹੀ ਨਹੀਂ ਹੁੰਦਾ। ਸ਼ੰਕਾ ਕਰਨਾ ਇਸ ਤਰ੍ਹਾਂ ਹੈ ਜਿਵੇਂ ਤੁਸੀਂ ਜਿਸ ਕਿਸ਼ਤੀ ਦੇ ਵਿੱਚ ਬੈਠੇ ਹੋਏ ਹੋ, ਉਸੇ ਕਿਸ਼ਤੀ 'ਚ ਤੁਸੀਂ ਮੋਰੀ ਕਰ ਲਓ, ਫਿਰ ਡੁੱਬੋਗੇ ਹੀ ਨਾ, ਡੁੱਬੋਗੇ ਨਾ। ਕਿਉਂ? ਮੋਰੀ ਰਾਹੀਂ ਪਾਣੀ ਕਿਸ਼ਤੀ 'ਚ ਭਰ ਜਾਏਗਾ ਅਤੇ ਕਿਸ਼ਤੀ ਡੁੱਬ ਜਾਏਗੀ, ਅਤੇ ਕਿਸ਼ਤੀ ਡੁੱਬੇਗੀ ਅਤੇ ਫਿਰ ਤੁਸੀਂ ਵੀ ਡੁੱਬੋਗੇ। ਇਸ ਲਈ ਗੁਰੂ ਦੀ ਗੱਲ 'ਤੇ ਕੋਈ ਸ਼ੰਕਾ, ਕੋਈ ਕਿੰਤੂ ਪਰੰਤੂ ਨਹੀਂ ਕਰੀਦਾ। ਜੋ ਬਾਣੀ 'ਚ ਲਿਖਿਆ ਉਹਨੂੰ 100% ਸੱਚ ਮੰਨਣਾ ਹੁੰਦਾ, ਤਾਂ ਗੱਲ ਜਾ ਕੇ ਬਣਦੀ ਹੈ, ਤਾਂ ਗੁਰੂ ਮਹਾਰਾਜ ਖੁਸ਼ ਹੁੰਦੇ ਨੇ। ਸਾਨੂੰ ਹੁਕਮ ਹੈ ਗੁਰ ਕਹਿਆ ਸੋ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਜੋ ਗੁਰੂ ਮਹਾਰਾਜ ਕਹਿੰਦੇ ਉਹ ਕਰੋ, ਜੋ ਗੁਰੂ ਕਰਦੇ ਨੇ ਉਹ ਨਾ ਕਰੋ। ਉਹ ਤਾਂ ਬਹੁਤ ਕੁਛ ਕਰ ਸਕਦੇ ਨੇ, ਉਹ ਤਾਂ ਆਪਣੇ ਚਾਰੇ ਲਾਲ ਉਹਨਾਂ ਨੇ ਵਾਰਤੇ, ਸਾਡੇ 'ਚ ਕਿਹੜਾ ਵਾਰੇਗਾ ਭਲਾ ਵੀ? ਇਹ ਇੱਕ ਸ਼ਹੀਦ ਹੋ ਜਾਂਦਾ ਅਤੇ ਫੌਜ 'ਚ ਰੋਈ ਜਾਂਦੇ ਘਰ ਦੇ ਜੀ। ਜਦੋਂ ਸ਼ਹੀਦ ਦੀ ਡੈਡ ਬੋਡੀ ਆਉਂਦੀ ਹੈ ਘਰ ਪਿੰਡ 'ਚ, ਘਰ ਦੇ ਲੋਕ ਪਿੱਟਦੇ ਨੇ, ਰੋਂਦੇ ਨੇ ਕਿ ਨਹੀਂ? ਇੱਕ ਨਹੀਂ ਵਾਰ ਹੋਇਆ, ਗੁਰੂ ਮਹਾਰਾਜ ਨੇ ਚਾਰੇ ਵਾਰ ਤੇ ਫਿਰ ਹੋਏ, ਪਿੱਟੇ ਵੀ ਨਹੀਂ। ਇਸ ਲਈ ਗੁਰੂ ਕੀ ਕਰਦੇ ਨੇ ਉਹ ਨਹੀਂ ਅਸੀਂ ਕੁਛ ਕਰ ਸਕਦੇ। ਹਾਂ, ਸਾਨੂੰ ਇੰਨਾ ਹੀ ਹੁਕਮ ਹੈ, ਗੁਰ ਕਹਿਆ ਸੋ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਜੋ ਗੁਰੂ ਮਹਾਰਾਜ ਕਹਿੰਦੇ ਨੇ ਉਹ ਕੰਮ ਕਰੋ। ਸੋ ਇਹ ਵਿਸ਼ਵਾਸ ਲਿਆਉਣਾ ਹੈ। ਜੇ ਵਿਸ਼ਵਾਸ ਨਹੀਂ, ਫਿਰ ਕੰਮ ਨਹੀਂ ਹੋਇਆ ਕਰਦਾ, ਫਿਰ ਕੰਮ ਨਹੀਂ ਹੋਇਆ ਕਰਦਾ। ਸੁਣੇ ਗੁੰਗ ਜੋ ਯਾਹੇ ਸੋ ਰਸ ਨਾ ਪਾਵੇ। ਜਿਹੜਾ ਗੂੰਗਾ ਵਿਅਕਤੀ ਵੀ ਇਸ ਚੌਪਈ ਦੇ ਪਾਠ ਨੂੰ ਸੁਣੇਗਾ, ਉਹਨੂੰ ਰਸ ਨਾ ਪ੍ਰਾਪਤ ਪਾਵ, ਬੋਲਣ ਲੱਗ ਜਾਏਗਾ। ਗੂੰਗਾ ਵੀ ਬੋਲਣ ਲੱਗ ਜਾਏਗਾ। ਛੱਜੂ ਭਗਤ, ਛੱਜੂ 'ਚ ਹੋਰ ਗੂੰਗਾ ਹੀ ਸੀ ਨਾ, ਗੂੰਗਾ ਸੀ। 8ਵੇਂ ਪਾਤਸ਼ਾਹ ਨੇ ਆਪਣੀ ਸੋਟੀ ਉਹਦੇ ਸਿਰ 'ਤੇ ਰੱਖੀ। ਬੋਲਣਾ ਦਾ ਕਿਤੇ ਰਿਹਾ, ਨਾਲ ਜਿਹੜਾ ਬ੍ਰਹਮ ਗਿਆਨੀ ਬਣਾਤਾ, ਬ੍ਰਹਮ ਗਿਆਨੀ ਬਣਾਤਾ। ਕਿਸੇ ਨੇ ਬਣਾਇਆ? ਗੁਰੂ ਨੇ ਬਣਾਇਆ ਨਾ। ਅਤੇ ਹੁਣ ਸਾਡਾ ਗੁਰੂ ਕੌਣ ਹੈ? ਬਾਣੀ ਹੈ। ਉਦੋਂ ਗੁਰੂ ਸਰੀਰ ਵਿੱਚ ਸਨ। ਗੁਰੂ ਨੇ ਇੱਕ ਗੂੰਗੇ ਨੂੰ ਜ਼ਬਾਨ ਵੀ ਦਿੱਤੀ, ਨਾਲ ਬ੍ਰਹਮ ਗਿਆਨ ਵੀ ਦਿੱਤਾ। ਸੰਸਕ੍ਰਿਤ ਦੇ ਸ਼ਲੋਕਾਂ ਦੇ ਅਰਥ ਕਰਵਾਤੇ ਇੱਕ ਗੂੰਗੇ ਅਨਪੜ੍ਹ ਤੋਂ। ਗੁਰੂ ਸਮਰੱਥ ਹੁੰਦੇ ਨੇ, ਜੋ ਗੁਰੂ ਕਰ ਸਕਦਾ ਉਹੀ ਹੁਣ ਬਾਣੀ ਨੇ ਕਰਨੀ। ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਨੂੰ ਮੱਥਾ ਟੇਕਿਆ ਸੀ ਕਿ ਅੱਜ ਤੋਂ ਗੁਰੂ ਗ੍ਰੰਥ ਸਾਹਿਬ ਹੀ ਤੁਹਾਡਾ ਗੁਰੂ ਹੈ। ਹਰ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਣਾ ਹੈ। ਅਤੇ
ਗੁਰੂ ਗ੍ਰੰਥ ਸਾਹਿਬ ਕੀ ਹੈ? ਬਾਣੀ ਹੈ। ਬਾਣੀ ਜਿਵੇਂ ਕਹਿੰਦੀ ਹੈ ਉਵੇਂ ਕਰਨਾ ਹੈ ਅਤੇ ਆਨੰਦ ਕਰੋ। ਜਿਵੇਂ ਬਾਣੀ ਕਹਿੰਦੀ ਹੈ ਸਿੱਖ ਜੀ ਉਸ ਤਰ੍ਹਾਂ ਕਰਦੇ, ਸਿੱਖ ਆਨੰਦ 'ਚ ਰਹੇਗਾ। ਜਦੋਂ ਇਹ ਬਾਣੀ ਦੇ ਵਿਰੁੱਧ ਕੰਮ ਕਰੇਗਾ ਫਿਰ ਕਿਸੇ ਵਕਤ ਨੂੰ ਫੜਿਆ ਜਾਏਗਾ। ਫਿਰ ਸੌਵੇ ਜੀਆ ਆਪਣਾ ਕੀਆ, ਫਿਰ ਹੁਣ ਭੋਗੀ ਜਾਵੇ। ਸੋ ਕਿੰਤੂ ਪਰੰਤੂ ਨਹੀਂ ਕਰੀਦਾ ਹੁੰਦਾ। ਸੁਨੇ ਗੁੰਗ ਜੋ ਯਾਹੇ ਸੁਰਸ ਨਾ ਪਾਵੇ, ਸੁਨੇ ਮੂੜ ਚਿਤ ਲਾਏ ਚਤਰਤਾਵੇ। ਜਿਹੜਾ ਇਸ ਬਾਣੀ ਨੂੰ ਸੁਣੇਗਾ ਉਹ ਕਹਿੰਦਾ ਗੁੰਗਾ ਵੀ ਬੋਲਣ ਲੱਗ ਜਾਏਗਾ। ਜਿਹੜਾ ਇਸ ਬਾਣੀ ਨੂੰ ਚਿੱਤ ਲਾ ਕੇ ਸੁਣੇਗਾ ਉਹ ਸਿਆਣਾ ਹੋ ਜਾਏਗਾ। ਚਤਰਤਾ ਵੀ ਉਹ 'ਚ ਸਿਆਣਪ ਆ ਜਾਏਗੀ। ਬਾਣੀ ਮਨੁੱਖ ਨੂੰ ਸਿਆਣਿਆ ਕਰਦੀ ਹੈ। ਬਾਣੀ ਪੜ੍ਹ ਪੜ੍ਹ ਕੇ ਹੀ ਲੋਕ ਬੁਰਾਈਆਂ ਛੱਡ ਗਏ। ਸਤਸੰਗ ਚਾਹੇ ਆਪ ਬਾਣੀ ਪੜ੍ਹੀ, ਚਾਹੇ ਬਾਣੀ ਦੀ ਕਥਾ ਵਾਰਤਾ ਸੁਣੀ, ਸੁਣ ਕੇ ਗਿਆਨ ਹੋ ਗਿਆ। ਜਦੋਂ ਗਿਆਨ ਹੋਇਆ ਬੁਰਾਈ ਛੱਡਤੀ। ਬਾਣੀ ਨੇ ਚੜ੍ਹਾਈ ਨਾ ਫਿਰ। ਸੋ ਇਸ ਲਈ ਬਾਣੀ ਮਨੁੱਖ ਨੂੰ ਸਿਆਣਿਆ ਬਣਾਉਂਦੀ ਹੈ। ਗੁਰਮਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਗੁਰੂ ਨੂੰ ਮਿਲ ਕੇ ਚੱਜ ਆਚਾਰ ਸਿੱਖ, ਜੀਵਨ ਜਾਚ ਸਿੱਖ। ਬਾਣੀ ਨੇ ਸਾਨੂੰ ਜੀਵਨ ਜਾਚ ਸਿਖਾਉਣੀ ਹੈ ਕਿ ਜਿਉਣਾ ਕਿਵੇਂ ਹੈ। ਬੇਅੰਤ ਲੋਕ ਨੇ ਜਿਹਨੂੰ ਜ਼ਿੰਦਗੀ ਜਿਉਣੀ ਨਹੀਂ ਆ ਰਹੀ, ਧੱਕੇ ਖਾਈ ਜਾ ਰਹੇ ਨੇ। ਪੜ੍ਹੇ ਲਿਖੇ ਲੋਕ, ਆਪਣੇ ਆਪ ਨੂੰ ਵਿਦਵਾਨ ਕਹਿਲਾਉਣ ਵਾਲੇ ਲੋਕਾਂ ਦੇ ਜੀਵਨ ਵੀ ਗੁਰਬਾਣੀ ਅਨੁਸਾਰ ਨਹੀਂ ਹੈਗੇ, ਇਸ ਲਈ ਧੱਕੇ ਤੋੜੇ ਖਾ ਰਹੇ। ਆਪਣੇ ਜੀਵਨ ਨੂੰ ਗੁਰਬਾਣੀ ਅਨੁਸਾਰ ਬਣਾਉਣਾ ਹੈ, ਫਿਰ ਆਨੰਦ ਹੀ ਆਨੰਦ ਹੈ। ਫਿਰ ਆਨੰਦ ਪਿਆ ਮੇਰੀ ਮਾਏ ਵਾਲੀ ਗੱਲ ਹੋ ਜਾਏਗੀ। ਸੋ ਸੁਣੇ ਮੂੜ ਚਿਤ ਲਾਏ ਚਤਰਤਾਵੇ। ਜਿਹੜਾ ਮਨ ਲਾ ਕੇ ਇਸ ਬਾਣੀ ਨੂੰ ਸੁਣੇਗਾ ਉਹ ਸਿਆਣਾ ਹੋ ਜਾਏਗਾ। ਦੁਖ ਦਰਦ ਭਉ ਨਿਕਟ ਨਾ ਤਿਨ ਨਰ ਕੇ ਰਹੈ, ਹੋ ਜੋ ਯਾਕੀ ਏਕ ਵਾਰ ਚੁਪਈ ਕੋ ਕਹੈ। ਜਿਹੜਾ ਇੱਕ ਵਾਰ ਵੀ ਚੁਪਈ ਸਾਹਿਬ ਦਾ ਪਾਠ ਕਰੇਗਾ ਉਸ ਵਿਅਕਤੀ ਦੇ ਦੁੱਖ ਦਰਦ ਭਉ ਨਿਕਟ ਨੇੜੇ ਨਹੀਂ ਆਉਣਗੇ। ਕੋਈ ਦੁੱਖ, ਕੋਈ ਦਰਦ, ਕੋਈ ਡਰ ਉਹਦੇ ਨੇੜੇ ਨਹੀਂ ਆਵੇਗਾ ਜਿਹੜਾ ਇੱਕ ਵਾਰ ਵੀ ਚੁਪਈ ਸਾਹਿਬ ਦਾ ਪਾਠ ਧਿਆਨ ਨਾਲ ਕਰੇਗਾ ਜਾਂ ਸੁਣੇਗਾ। ਇਸ ਲਈ ਭਾਈ ਚੁਪਈ ਸਾਹਿਬ ਦਾ ਪਾਠ ਵੀ ਜ਼ਰੂਰ ਕਰਿਆ ਕਰੋ। ਇਸੇ ਲਈ ਜਿਹੜਾ ਹੈ ਸਾਡਾ ਜਿਹੜਾ ਨਿਤਨੇਮ ਹੈ ਉਹਦੇ ਵਿੱਚ ਵੀ ਚੁਪਈ ਸਾਹਿਬ ਦੀ ਬਾਣੀ ਸ਼ਾਮਿਲ ਹੈ। ਰਹਿ ਰਸ ਦੇ ਵਿੱਚ ਵੀ ਇਹ ਚੁਪਈ ਸਾਹਿਬ ਦੀ ਬਾਣੀ ਸ਼ਾਮਿਲ ਹੈ, ਤਾਂ ਜੋ ਸਿੱਖ ਜਿਹੜਾ ਹੈ ਇਹ ਦੋਨੋਂ ਟਾਈਮ ਸਵੇਰੇ ਵੀ ਸ਼ਾਮ ਨੂੰ ਵੀ ਇਸ ਬਾਣੀ ਦਾ ਪਾਠ ਕਰੇ, ਤਾਂ ਜੋ ਇਹ ਸੁਖੀ ਰਹਿ ਸਕੇ। ਬਾਣੀ ਤਾਂ ਹੈ ਹੀ ਸਾਨੂੰ ਸੁਖੀ ਕਰਨ ਲਈ। ਬਾਣੀ ਤਾਂ ਹੈ ਹੀ, ਦੋ ਹੀ ਕੰਮ ਬਾਣੀ ਨੇ ਕਰਨੇ, ਇੱਕ ਸਾਨੂੰ ਸੁਖੀ ਕਰਨਾ, ਇੱਕ ਸਾਨੂੰ ਪਰਮਾਤਮਾ ਨਾਲ ਮਿਲਾਉਣਾ। ਬਸ ਜੇ ਅਸੀਂ ਸੁਖੀ ਵੀ ਹੋ ਗਏ ਅਤੇ ਰੱਬ ਨੂੰ ਵੀ ਮਿਲ ਪਏ ਤਾਂ ਗੱਲ ਖਤਮ ਹੋ ਗਈ ਹੈ। ਬਾਣੀ ਦਾ ਉਦੇਸ਼ ਹੀ ਆਹੀ ਹੈ। ਬਾਣੀ ਦਾ ਉਦੇਸ਼ ਹੈ ਮਨੁੱਖ ਨੂੰ ਸੁਖੀ ਕਰਨਾ ਅਤੇ ਰੱਬ ਨਾਲ ਮਿਲਾਉਣਾ। ਉਹ ਤਾਂ ਹੋਊਗਾ ਜੇ ਅਸੀਂ ਬਾਣੀ ਦੀ ਗੱਲ ਮੰਨਾਂਗੇ। ਜਿਵੇਂ ਬਾਣੀ ਕਹਿੰਦੀ ਹੈ ਉਵੇਂ ਕਰਾਂਗੇ, ਫਿਰ ਅਸੀਂ ਨਾਲੇ ਸੁਖੀ ਵੀ ਹੋ ਜਾਵਾਂਗੇ ਅਤੇ ਸਮਾਂ ਪਾ ਕੇ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਵੀ ਹੋ ਜਾਏਗੀ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਅਸੀਂ ਗੁਰੂ ਦੀ ਗੱਲ 'ਤੇ 100% ਵਿਸ਼ਵਾਸ ਲਿਆ ਕੇ ਆਪਣੇ ਜੀਵਨ ਨੂੰ ਵਧੀਆ ਬਣਾ ਲਈਏ। ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਜਾਣ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਅਵਸਥਾ ਪ੍ਰਾਪਤ ਹੋ ਜਾਏ। ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।